ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ, ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਬਲਜੀਤ ਸਿੰਘ ਆਪ ਜੀ ਦਾ ਅੱਜ ਦੇ ਲਾਈਵ ਲੈਕਚਰ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅੱਜ ਦੇ ਇਸ ਲਾਈਵ ਲੈਕਚਰ ਦੇ ਵਿੱਚ ਅਸੀਂ ਧਰਤੀ ਦੀ ਬਣਤਰ ਬਾਰੇ, ਭਾਵ ਚਟਾਨਾਂ ਬਾਰੇ ਸਮਝਾਂਗੇ। ਇਸ ਤੋਂ ਪਹਿਲਾਂ ਦੇ ਲੈਕਚਰ ਦੇ ਵਿੱਚ ਤੁਸੀਂ ਬਹੁਤ ਧਿਆਨ ਦੇ ਨਾਲ ਤੁਸੀਂ ਇਹ ਸਮਝ ਚੁੱਕੇ ਹੋ ਵੀ ਜਿਹੜੀ ਧਰਤੀ ਆ ਉਹ ਚਟਾਨਾਂ ਤੋਂ ਬਣੀ ਹੋਈ ਹੈ। ਉਹਨਾਂ ਚਟਾਨਾਂ ਦੀਆਂ ਵੱਖ-ਵੱਖ ਕਿਸਮਾਂ ਦੇ ਵਿੱਚੋਂ ਪਹਿਲੀ ਕਿਸਮ ਆ ਜਿਹੜੀ ਤੁਸੀਂ ਉਹ ਸਮਝ ਚੁੱਕੇ ਹੋ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਧਰਤੀ ਦਾ ਜਿਹੜਾ ਠੋਸ ਰੂਪ ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ, ਧਰਤੀ ਤੋਂ ਆਪਣੀਆਂ ਬਹੁਤ ਸਾਰੀਆਂ ਲੋੜਾਂ ਨੇ ਜਿਹੜੀਆਂ ਉਹ ਪੂਰੀਆਂ ਕਰ ਰਹੇ ਹਾਂ, ਉਹ ਸਾਰੀ ਦੀ ਸਾਰੀ ਜਿਹੜੀ ਧਰਤੀ ਆ ਸਾਡੀ ਉਹ ਠੋਸ ਰੂਪ ਦੇ ਵਿੱਚ ਸਾਨੂੰ ਮਹਿਸੂਸ ਹੁੰਦੀ ਆ। ਉਹ ਠੋਸ ਰੂਪ ਚਟਾਨਾਂ ਕਰਕੇ ਹੀ ਸੰਭਵ ਆ। ਧਰਤੀ ਦੇ ਉੱਪਰ ਜਿਹੜੀਆਂ ਚਟਾਨਾਂ ਨੇ ਉਹ ਸਾਨੂੰ ਤਿੰਨ ਕਿਸਮਾਂ ਦੇ ਵਿੱਚ ਪ੍ਰਾਪਤ ਹੁੰਦੀਆਂ ਨੇ। ਉਹਨਾਂ ਤਿੰਨ ਕਿਸਮਾਂ ਦੇ ਵਿੱਚ ਪਹਿਲੀ ਕਿਸਮ ਅਗਨੀ ਚਟਾਨਾਂ, ਦੂਸਰੀ ਕਿਸਮ ਤਹਿਦਾਰ ਚਟਾਨਾਂ ਅਤੇ ਤੀਸਰੀ ਕਿਸਮ ਰੂਪਾਂਤਰਿਤ ਚਟਾਨਾਂ। ਤੁਸੀਂ ਭਲੀ ਭਾਂਤੀ ਜਾਣਦੇ ਹੋ। ਇਹਦੇ ਵਿੱਚ ਪਹਿਲੀ ਕਿਸਮ ਆ ਜਿਹੜੀ ਉਹ ਤੁਸੀਂ ਇਸ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਮੈਨੂੰ ਪੂਰੀ ਉਮੀਦ ਆ ਵੀ ਤੁਸੀਂ ਸਮਝ ਲਈ ਹੈਗੀ ਆ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਅਗਲੀਆਂ ਦੋ ਕਿਸਮਾਂ ਨੇ ਜਿਹੜੀਆਂ ਉਹਦੇ ਉੱਤੇ ਵਿਸਥਾਰਪੂਰਵਕ ਚਰਚਾ ਕਰਾਂਗੇ ਅਤੇ ਮੈਨੂੰ ਪੂਰੀ ਉਮੀਦ ਆ ਵੀ ਤੁਸੀਂ ਅੱਜ ਇਹਨਾਂ ਦੋਨੇ ਕਿਸਮਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝੋਗੇ। ਜਿਵੇਂ ਕਿ ਨਾਮ ਹੀ ਦੱਸਦਾ ਵੀ ਤਹਿਦਾਰ ਚਟਾਨਾਂ, ਤਲਛਟੀ ਚਟਾਨਾਂ, ਸੈਡੀਮੈਂਟਰੀ ਰੌਕਸ ਨੇ ਜਿਹੜੀਆਂ ਉਹ ਧਰਤੀ ਦੇ ਉੱਪਰ ਤਹਿਾਂ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੀਆਂ ਨੇ। ਪਿਆਰੇ ਬੱਚਿਓ, ਜਿਹੜੀਆਂ ਚਟਾਨਾਂ ਨੇ ਉਹ ਸਾਨੂੰ ਧਰਤੀ ਦੇ ਸਿਰਫ ਉੱਪਰਲੇ ਪਾਸੇ ਜਿਹੜੀਆਂ ਪ੍ਰਤੀਤ ਹੁੰਦੀਆਂ ਨੇ ਵੀ ਉੱਚੀਆਂ ਪਹਾੜੀਆਂ ਨੇ, ਪਰ ਇੱਦਾਂ ਨਹੀਂ ਹੈ। ਚਟਾਨਾਂ ਨੇ ਜਿਹੜੀਆਂ ਉਹ ਸਿਰਫ ਉਚਾਈ ਦੇ ਰੂਪ ਦੇ ਵਿੱਚ ਨਹੀਂ, ਸਾਨੂੰ ਮੈਦਾਨਾਂ ਦੇ ਰੂਪ ਦੇ ਵਿੱਚ ਜਾਂ ਇਸ ਤੋਂ ਵੀ ਹੇਠਲੇ ਰੂਪ ਜਿਹੜਾ ਸਾਡਾ ਧਰਤੀ ਦੀ ਪੀਪੜੀ ਆ ਉਹਦੇ ਅੰਦਰਲੇ ਪਾਸੇ ਵੀ ਸਾਨੂੰ ਚਟਾਨਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ। ਜਿਵੇਂ ਜਿਵੇਂ ਅਸੀਂ ਵੱਖ-ਵੱਖ ਲੋੜਾਂ ਲਈ ਧਰਤੀ ਨੂੰ ਪੱਟਦੇ ਹਾਂ, ਪਾਣੀ ਦੀ ਪ੍ਰਾਪਤੀ ਲਈ ਪੱਟਦੇ ਹਾਂ, ਘਰ ਬਣਾਉਣ ਲਈ ਪੱਟਦੇ ਹਾਂ, ਜਾਂ ਕਿਸੇ ਵੀ ਕਾਰਨ ਦੇ ਲਈ ਅਸੀਂ ਜਦੋਂ ਧਰਤੀ ਨੂੰ ਪੱਟਦੇ ਹਾਂ ਤਾਂ ਸਾਨੂੰ ਧਰਤੀ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਟਾਨਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਇਹਦੇ ਵਿੱਚ ਜਿਹਦੀ ਸੈਕਿੰਡ ਟਾਈਪ ਆ, ਦੂਸਰੀ ਕਿਸਮ ਆ ਤਲਛਟੀ ਚਟਾਨਾਂ। ਹੁਣ ਇੱਥੇ ਤਲਛਟ ਦਾ ਮਤਲਬ ਕੀ ਆ? ਤਹਿਦਾਰ ਚਟਾਨਾਂ ਜਾਂ ਤਲਛਟੀ ਚਟਾਨਾਂ। ਇੱਥੇ ਤਲਛਟ ਦਾ ਮਤਲਬ, ਤਲਛਟ ਜਿਹੜਾ ਸ਼ਬਦ ਆ ਉਹ ਲਾਤੀਨੀ ਭਾਸ਼ਾ ਦਾ ਸ਼ਬਦ ਆ, ਜਿੱਦਾਂ ਆਪਾਂ ਇੰਗਲਿਸ਼ ਦੇ ਵਿੱਚ ਕਿਹਾ ਸੈਡੀਮੈਂਟਰੀ, ਤਾਂ ਇਹ ਸੈਡੀਮੈਂਟਮ ਸ਼ਬਦ ਤੋਂ ਬਣਿਆ, ਜਿਸ ਦਾ ਮਤਲਬ ਹੈਗਾ ਥੱਲੇ ਬੈਠ ਜਾਣਾ। ਥੱਲੇ ਬੈਠ ਜਾਣ ਦਾ ਮਤਲਬ ਵੀ ਇੱਕ ਤਹਿ ਆ, ਉਹਦੇ ਉੱਪਰ ਦੂਸਰੀ ਤਹਿ ਆ, ਫਿਰ ਤੀਸਰੀ ਆ, ਫਿਰ ਚੌਥੀ ਆ। ਇਸ ਤਰ੍ਹਾਂ ਅਣਗਿਣਤ ਜਿਹੜੀਆਂ ਤਹਿਾਂ ਨੇ ਉਹ ਇੱਕ ਦੇ ਉੱਪਰ ਇੱਕ ਦੇ ਉੱਪਰ ਇੱਕ ਦੇ ਉੱਪਰ ਬਹੁਤ ਸਾਰੀਆਂ ਜਿਹੜੀਆਂ ਤਹਿਾਂ ਨੇ ਉਹ ਇਕੱਠੀਆਂ ਹੁੰਦੀਆਂ ਰਹਿੰਦੀਆਂ ਨੇ। ਅਤੇ ਕਿਹੜੀਆਂ ਚਟਾਨਾਂ ਬਣਦੀਆਂ ਨੇ? ਹਾਂਜੀ, ਤਾਂ ਉਹ ਚਟਾਨਾਂ ਬਣਦੀਆਂ ਨੇ ਤਹਿਦਾਰ। ਅੱਛਾ, ਤਹਿਦਾਰ ਜਿਹੜੀਆਂ ਚਟਾਨਾਂ ਨੇ ਉਹ ਬਹੁਤ ਘੱਟ ਸਮੇਂ 'ਚ, ਜਾਂ ਕਹਿ ਦਈਏ ਵੀ ਇੱਕ ਦਿਨ 'ਚ ਨਹੀਂ ਬਣ ਜਾਂਦੀਆਂ, ਬਹੁਤ ਲੰਬਾ ਸਮਾਂ ਜਿਹੜਾ ਵਾ ਉਹ ਤਹਿਦਾਰ ਚਟਾਨਾਂ ਨੂੰ ਬਣਨ ਦੇ ਲਈ ਲੱਗਦਾ ਵਾ। ਭਾਵ ਹੁਣ ਇੱਥੇ ਆਪਾਂ ਇਹ ਕਹਾਂਗੇ ਵੀ ਇਹ ਤਹਿਾਂ ਆਉਂਦੀਆਂ ਕਿੱਥੋਂ ਨੇ। ਇਹ ਵਾਲੀਆਂ ਤਹਿਾਂ ਨੇ ਜਿਹੜੀਆਂ, ਜਿੱਦਾਂ ਪਹਿਲਾਂ ਅਸੀਂ ਪਹਿਲੀ ਕਿਸਮ ਪੜ੍ਹ ਚੁੱਕੇ ਹਾਂ ਅਗਨੀ ਚਟਾਨਾਂ। ਅਗਨੀ ਚਟਾਨਾਂ ਜਦੋਂ ਵੱਖ-ਵੱਖ ਤਰੀਕੇ ਦੇ ਨਾਲ ਟੁੱਟ ਜਾਂਦੀਆਂ ਨੇ, ਖੁਰ ਜਾਂਦੀਆਂ ਨੇ, ਭੁਰ ਜਾਂਦੀਆਂ ਨੇ, ਤਾਂ ਫਿਰ ਉਹਨਾਂ ਦਾ ਜਿਹੜਾ ਬਚਿਆ ਖੁਚਿਆ ਰਹਿੰਦ ਖੂੰਹਦ ਆ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਟਰਾਂਸਪੋਰਟ ਹੋ ਜਾਂਦਾ ਵਾ। ਟਰਾਂਸਪੋਰਟ ਹੋਣ ਤੋਂ ਬਾਅਦ ਉਹ ਜੰਮ ਜਾਂਦਾ, ਤਾਂ ਜੰਮਣ ਤੋਂ ਬਾਅਦ ਸਾਨੂੰ ਜਿਹੜੀਆਂ ਧਰਤੀ ਦੇ ਉੱਪਰ ਵੱਖ-ਵੱਖ ਤਹਿਾਂ ਨੇ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਨੇ। ਸਾਡੀ ਧਰਤੀ ਦੇ ਉੱਪਰ 75 ਤੋਂ ਲੈ ਕੇ 80% ਤੱਕ ਤਹਿਦਾਰ ਚਟਾਨਾਂ ਮਿਲਦੀਆਂ ਨੇ। ਹਾਂ, ਇੱਥੇ ਇਹ ਗੱਲ ਯਾਦ ਰੱਖਣ ਯੋਗ ਆ ਵੀ ਇਹ ਵਾਲੀਆਂ ਚਟਾਨਾਂ ਨੇ ਜਿਹੜੀਆਂ ਉਹ ਧਰਤੀ ਦੇ ਉੱਪਰ ਪ੍ਰਾਪਤ ਹੁੰਦੀਆਂ ਨੇ। ਹਾਂ, ਜੇਕਰ ਪੂਰੀ ਧਰਤੀ ਦੇ ਉੱਪਰ ਕਹੀਏ ਵੀ ਸਭ ਤੋਂ ਵੱਧ ਚਟਾਨਾਂ ਕਿਹੜੀਆਂ ਪਾਈਆਂ ਜਾਂਦੀਆਂ ਨੇ, ਤਾਂ ਅਗਨੀ ਚਟਾਨਾਂ ਸਭ ਤੋਂ ਵੱਧ ਪਾਈਆਂ ਜਾਂਦੀਆਂ ਨੇ। ਅਤੇ ਇੱਥੇ ਤਹਿਦਾਰ ਚਟਾਨਾਂ ਨੇ ਜਿਹੜੀਆਂ ਧਰਤੀ ਦਾ ਸਿਰਫ 5% ਭਾਗ ਹੀ ਜਿਹੜਾ ਵਾ ਉਹ ਕਵਰ ਕਰ ਪਾਉਂਦੀਆਂ ਨੇ। ਅਤੇ ਇੱਥੇ ਫਿਰ ਤਹਿਦਾਰ ਚਟਾਨਾਂ ਨੂੰ ਜਾਣਨ ਲਈ ਇਸ ਡੈਫੀਨੇਸ਼ਨ ਨੂੰ ਅਸੀਂ ਪੜ੍ਹਾਂਗੇ, ਸਮਝਾਂਗੇ। ਤੁਸੀਂ ਮੇਰੇ ਨਾਲ ਪੜ੍ਹੋਗੇ। ਸੈਡੀਮੈਂਟਰੀ ਰੌਕਸ ਆਰ ਫਾਰਮ ਥਰੂ ਦਾ ਕੰਸੋਲੀਡੇਸ਼ਨ ਆਫ ਅਕਮੂਲੇਟਡ ਸੈਡੀਮੈਂਟ ਡਿਪੋਜ਼ਿਟ ਇਨ ਓਸ਼ਨ, ਰਿਵਰ, ਲੇਕਸ। ਕਹਿਣ ਦਾ ਭਾਵ ਵੀ ਚਟਾਨਾਂ ਜਿਹੜੀਆਂ ਟੁੱਟਦੀਆਂ ਨੇ ਉਹ ਫਿਰ ਅੱਡ-ਅੱਡ ਥਾਵਾਂ 'ਤੇ ਜਾ ਕੇ ਸਾਨੂੰ ਤਹਿਾਂ ਦੇ ਰੂਪ ਦੇ ਵਿੱਚ ਜਦੋਂ ਉਹ ਇੱਕ ਨਵੀਂ ਚਟਾਨ ਦਾ ਕਹਿ ਦਈਏ ਵੀ ਰੂਪ ਧਾਰਦੀਆਂ ਨੇ, ਤਾਂ ਫਿਰ ਸਾਨੂੰ ਇੱਕ ਨਵੀਂ ਚਟਾਨ ਆ ਜਿਹੜੀ ਮਿਲਦੀ ਹੈ। ਜਿੱਦਾਂ ਕਿ ਇਸ ਡਾਇਗਰਾਮ ਦੇ ਵਿੱਚ ਆਪਾਂ ਸਮਝਾਂਗੇ ਵੀ ਉੱਚੇ ਪਹਾੜਾਂ ਦੇ ਉੱਪਰ ਜਿਹੜਾ ਵਾ ਉਹ ਵਰਸ਼ਾ ਹੋ ਰਹੀ ਆ, ਮੀਂਹ ਪੈ ਰਿਹਾ ਵਾ ਅਤੇ ਬਰਫ਼ ਪਿਘਲ ਰਹੀ ਆ। ਹੁਣ ਇਹ ਜਿਹੜੀਆਂ ਚਟਾਨਾਂ ਨੇ ਧੁੱਪ ਦੇ ਨਾਲ ਗਰਮ ਹੋ ਕੇ ਟੁੱਟਦੀਆਂ ਵੀ ਨੇ,
ਬਹੁਤ ਸਾਰੇ ਜਿਹੜੇ ਟੁਕੜੇ ਨੇ ਉਹ ਅੱਗੇ ਦੀ ਅੱਗੇ ਬਰੀਕ ਹੁੰਦੇ ਜਾਂਦੇ ਆ। ਫਿਰ ਨਦੀਆਂ ਨੇ ਜਿਹੜੀਆਂ ਉਹਨਾਂ ਚਟਾਨਾਂ ਨੂੰ ਆਪਣੇ ਨਾਲ ਵਹਾ ਕੇ ਲੈ ਕੇ ਆਉਂਦੀਆਂ ਨੇ, ਅਤੇ ਫਿਰ ਸਾਨੂੰ ਪਤਾ ਨਦੀ ਦੀ ਜਿਹੜੀ ਸ਼ੁਰੂਆਤ ਆ ਉਹ ਪਹਾੜਾਂ 'ਚ ਹੁੰਦੀ ਆ, ਅਤੇ ਨਦੀ ਦਾ ਜਿਹੜਾ ਅੰਤ ਆ, ਅੰਤਮ ਸਮਾਂ ਵਾ ਉਹ ਜਿਹੜਾ ਵਾ ਸਮੁੰਦਰਾਂ 'ਚ ਹੁੰਦਾ। ਤਾਂ ਸਮੁੰਦਰਾਂ ਦੇ ਵਿੱਚ ਵੀ ਸਾਨੂੰ ਜਿਹੜੀਆਂ ਤਹਿਦਾਰ ਚਟਾਨਾਂ ਨੇ ਜਿਹੜੀਆਂ ਉਹ ਮਿਲਦੀਆਂ ਨੇ। ਕਹਿਣ ਦਾ ਭਾਵ ਵੀ ਜਿੱਥੇ ਸੈਡੀਮੈਂਟ, ਜਿੱਥੇ ਵੀ ਤਲ ਛਟ, ਭਾਵ ਸਾਡੇ ਇਸ ਤਲ ਦੇ ਉੱਪਰ ਛਟਿਆ ਹੋਇਆ ਕੋਈ ਵੀ ਪਦਾਰਥ, ਚਟਾਨਾਂ ਦੀ ਟੁੱਟ ਭੱਜ ਜਦੋਂ ਇੱਥੇ ਆ ਕੇ ਇਕੱਠੀ ਹੁੰਦੀ ਆ ਜਾਂ ਕਹਿ ਦਿਓ ਵੀ ਬੈਠਦੀ ਆ, ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਕਿਹੜੀਆਂ ਚਟਾਨਾਂ ਦੀ ਗੱਲ ਕਰਦੇ ਹਾਂ ਆਪਾਂ, ਤਹਿਦਾਰ ਚਟਾਨਾਂ ਦੀ ਗੱਲ ਕਰਦੇ ਹਾਂ। ਤਾਂ ਆਪਾਂ ਇਹਨਾਂ ਨੂੰ ਬਹੁਤ ਡਿਟੇਲ ਦੇ ਵਿੱਚ ਸਮਝਾਂਗੇ। ਤਹਿਦਾਰ ਚਟਾਨਾਂ ਨੇ ਜਿਹੜੀਆਂ ਉਹ ਗੁਣਾਂ ਦਾ ਭੰਡਾਰ ਨੇ। ਆਪਾਂ ਇਹ ਕਹਾਂਗੇ ਵੀ ਸਾਡੀ ਹੋਂਦ ਬਾਰੇ ਜੇ ਅਸੀਂ ਜਾਣਦੇ ਹਾਂ ਤਾਂ ਕਿਹੜੀਆਂ ਚਟਾਨਾਂ ਤੋਂ ਜਾਣਦੇ ਹਾਂ, ਤਾਂ ਅਸੀਂ ਤਹਿਦਾਰ ਚਟਾਨਾਂ ਤੋਂ ਜਾਣਦੇ ਹਾਂ। ਤਹਿਦਾਰ ਚਟਾਨਾਂ ਨੂੰ ਬਣਾਉਣ ਵਾਲੇ ਜਾਂ ਤਹਿਦਾਰ ਚਟਾਨਾਂ ਨੂੰ ਕ੍ਰੀਏਟ ਕਰਨ ਵਾਲੇ, ਜਾਂ ਕਹਿ ਦਿਓ ਵੀ ਕਿਹੜੇ ਉਹ ਕਾਰਕ ਨੇ ਜਿਹੜੇ ਤਹਿਦਾਰ ਚਟਾਨਾਂ ਬਣਾਉਂਦੇ ਆ। ਉਹਦੇ ਵਿੱਚ ਕਿਹੜਾ ਆ ਜਾਊਗਾ? ਉਹਦੇ ਵਿੱਚ ਹਵਾ, ਹਾਂਜੀ, ਪਾਣੀ, ਹਾਂਜੀ, ਬਰਫ਼, ਗਲੇਸ਼ੀਅਰ। ਇਹ ਸਾਰੇ ਦੇ ਸਾਰੇ ਕੀ ਕਰਦੇ ਆ? ਉੱਚੀਆਂ ਚਟਾਨਾਂ ਤੋਂ ਨੀਵੇਂ ਪਾਸੇ ਨੂੰ ਚੱਲਦੇ ਆ। ਜਿੱਦਾਂ ਬਰਫ਼ ਆ ਜਿਹੜੀ, ਗਲੇਸ਼ੀਅਰ ਜਿਹਨੂੰ ਕਹਿੰਦੇ ਆ, ਉੱਚੇ ਪਹਾੜਾਂ ਦੇ ਬਿਲਕੁਲ ਉੱਪਰਲੀਆਂ ਜਿਹੜੀਆਂ ਚੋਟੀਆਂ ਨੇ ਉਹਨਾਂ ਦੇ ਉੱਪਰ ਜਿਹੜੀ ਬਰਫ਼ ਪਾਈ ਜਾਂਦੀ ਆ, ਬਰਫ਼ ਖੁਰਦੀ ਵੀ ਆ ਅਤੇ ਬਰਫ਼ ਟੁੱਟ ਕੇ ਹੇਠਲੇ ਪਾਸੇ ਨੂੰ ਜਿਹੜੀ ਲਗਾਤਾਰ ਚੱਲਦੀ ਆ। ਫਿਰ ਆਪਾਂ ਉਹਨੂੰ ਬਰਫ਼ ਦੀ ਨਦੀ ਵੀ ਕਹਿੰਦੇ ਆ। ਜਦੋਂ ਬਹੁਤ ਸਾਰੀ ਬਰਫ਼ ਇਕੱਠੀ ਆ ਜਿਹੜੀ ਉਹ ਉੱਪਰੋਂ ਹੇਠਾਂ ਪਹਾੜ ਦੇ ਸਿਰ ਤੋਂ ਪਹਾੜ ਦੇ ਪੈਰਾਂ ਵੱਲ ਨੂੰ ਚੱਲਣਾ ਸਟਾਰਟ ਕਰਦੀ ਆ, ਤਾਂ ਉਸ ਵੇਲੇ ਉਹ ਬਰਫ਼ ਕਿੰਨਾ ਹੀ ਮਲਬਾ ਉਸ ਚਟਾਨ ਦਾ ਖੁਰਚ ਕੇ ਲੈ ਕੇ ਆਉਂਦੀ ਹੈ, ਕਿਉਂਕਿ ਬਰਫ਼ ਦਾ ਬਹੁਤ ਸਾਰਾ ਭਾਰ ਹੁੰਦਾ। ਇੱਦਾਂ ਹੀ ਪਾਣੀ, ਇੱਦਾਂ ਹੀ ਜਦੋਂ ਚਟਾਨਾਂ ਟੁੱਟਦੀਆਂ ਨੇ ਤਾਂ ਉਹਨਾਂ ਦੇ ਜਿਹੜੇ ਟੁਕੜੇ ਆ ਉਹਨਾਂ ਨੂੰ ਹਵਾ ਵਾ ਜਿਹੜੀ ਉਡਾ ਕੇ ਆਪਣੇ ਨਾਲ ਇੱਕ ਥਾਂ ਤੋਂ ਦੂਜੇ ਥਾਂ 'ਤੇ ਲੈ ਕੇ ਜਾਂਦੀ ਆ। ਇਸ ਤਰੀਕੇ ਦੇ ਨਾਲ ਕ੍ਰੀਏਟ ਹੋਈਆਂ, ਇਸ ਤਰੀਕੇ ਦੇ ਨਾਲ ਬਣੀਆਂ ਹੋਈਆਂ ਚਟਾਨਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਸਟਾਟਾ ਵੀ ਕਿਹਾ ਜਾਂਦਾ ਸੀ। ਭਾਵ ਵੀ ਇਹ ਵਾਲੀਆਂ ਜਿਹੜੀਆਂ ਚਟਾਨਾਂ ਨੇ ਉਹ ਪਹਿਲਾਂ ਵਾਲੀ ਅਗਨੀ ਚਟਾਨ ਦੇ ਟੁੱਟਣ ਦੇ ਨਾਲ, ਇੱਥੇ ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਟੁੱਟਣ ਦੇ ਨਾਲ, ਖੁਰਨ ਦੇ ਨਾਲ, ਭੁਰਨ ਦੇ ਨਾਲ, ਹੜ੍ਹ ਜਾਣ ਦੇ ਨਾਲ, ਕਿਸੇ ਹੋਰ ਥਾਂ 'ਤੇ ਜਦੋਂ ਉਹ ਮਲਬਾ ਵਾ ਜਿਹੜਾ ਜੰਮਦਾ ਵਾ, ਤਾਂ ਜਿਹੜੀਆਂ ਤਹਿਦਾਰ ਚਟਾਨਾਂ ਨੇ ਉਹ ਹੋਂਦ ਵਿੱਚ ਆਉਂਦੀਆਂ ਨੇ। ਇਹਨਾਂ ਚਟਾਨਾਂ ਦੇ ਵਿੱਚ ਜੀਵ ਜੰਤੂਆਂ ਦੇ ਅਵਸ਼ੇਸ਼ ਵੀ ਮਿਲਦੇ ਨੇ। ਤੁਸੀਂ ਛੋਟੇ ਹੁੰਦਿਆਂ ਤੋਂ ਹੀ, ਛੋਟੀਆਂ ਕਲਾਸਾਂ ਤੋਂ ਹੀ ਪੜ੍ਹਦੇ ਆ ਰਹੇ ਹੋ ਵੀ ਧਰਤੀ ਦੇ ਉੱਪਰ ਬਹੁਤ ਸਾਰੇ ਬਹੁਤ ਵੱਡੇ ਜੀਵ ਸੀਗੇ। ਤਾਂ ਫਿਰ ਅਸੀਂ ਇਸ ਗੱਲ ਦਾ ਕਿੱਦਾਂ ਯਕੀਨ ਕਰ ਲਈਏ ਵੀ ਪਹਿਲਾਂ ਇਹ ਜੀਵ ਸੀਗੇ? ਤਾਂ ਜਦੋਂ ਹੁਣ ਅਸੀਂ ਧਰਤੀ ਦੀ ਖੁਦਾਈ ਕਰਦੇ ਹਾਂ, ਧਰਤੀ ਨੂੰ ਪੱਟਦੇ ਹਾਂ, ਤਾਂ ਸਾਨੂੰ ਹੂਬਹੂ ਪੂਰੇ ਦੇ ਪੂਰੇ ਜੀਵ, ਭਾਵ ਜੀਵ, ਉਹਨਾਂ ਦਾ ਜਿਹੜਾ ਸਰੀਰਕ ਢਾਂਚਾ, ਉਹਨਾਂ ਦੀਆਂ ਹੱਡੀਆਂ ਨੇ ਜਿਹੜੀਆਂ ਉਹ ਸਾਨੂੰ ਮਿਲ ਜਾਂਦੀਆਂ ਨੇ। ਫਿਰ ਉਹਨਾਂ ਹੱਡੀਆਂ ਤੋਂ ਸਾਨੂੰ ਪਤਾ ਲੱਗਦਾ ਵੀ ਕਿੰਨੇ ਵੱਡੇ ਆਕਾਰ ਦੇ ਜੀਵ ਨੇ ਜਿਹੜੇ ਅੱਜ ਤੋਂ ਲੱਖਾਂ ਸਾਲ ਪਹਿਲਾਂ ਧਰਤੀ ਦੇ ਉੱਪਰ ਰਹਿੰਦੇ ਸੀਗੇ। ਹੁਣ ਇਹਨਾਂ ਸਾਰੇ ਦੇ ਸਾਰੇ ਜੀਵਾਂ ਨੂੰ, ਇਹਨਾਂ ਦੇ ਜਾਂ ਸਾਡਾ ਜਿਹੜਾ ਪੂਰਵਜ, ਸਾਡਾ ਮਨੁੱਖ ਜਿਹੜਾ ਪੂਰਵਜ ਸੀਗਾ, ਉਹ ਕਿਸ ਤਰੀਕੇ ਦੇ ਨਾਲ ਵਿਚਰਿਆ, ਉਹਨੇ ਕਿਹੜੀਆਂ ਚੀਜ਼ਾਂ ਬਣਾਈਆਂ, ਜਾਂ ਹੁਣ ਤੋਂ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਧਰਤੀ 'ਤੇ ਕਿਹੜੇ ਬਦਲਾਅ ਆਏ, ਕਿਹੜੇ ਪੌਦੇ, ਕਿਹੜੇ ਜਾਨਵਰ ਧਰਤੀ ਦੇ ਉੱਪਰ ਪੁਰਾਣੇ ਸਮੇਂ ਰਹਿੰਦੇ ਸੀਗੇ। ਇਹਨਾਂ ਸਾਰਿਆਂ ਬਾਰੇ ਸਾਨੂੰ ਪਤਾ ਲੱਗਦਾ ਕਿਹੜੀਆਂ ਚਟਾਨਾਂ ਤੋਂ? ਤਲਛਟ ਚਟਾਨਾਂ ਤੋਂ। ਜਿਵੇਂ ਕਿ ਆਪਾਂ ਸਮਝ ਰਹੇ ਹਾਂ ਵੀ ਜਿਹੜੀਆਂ ਇਹ ਤਹਿਾਂ ਨੇ, ਪਰਤਾਂ ਨੇ, ਇਹ ਸਿਰਫ ਹਵਾ ਨਹੀਂ ਬਣਾਉਂਦੀ, ਇਹ ਸਿਰਫ ਪਾਣੀ ਨਹੀਂ ਬਣਾਉਂਦਾ, ਇਹ ਸਿਰਫ ਜਿਹੜਾ ਇਹ ਗਲੇਸ਼ੀਅਰ ਨਹੀਂ ਬਣਾਉਂਦਾ। ਇਹ ਸਾਰੀ ਕਾਰਕ ਵੱਖ-ਵੱਖ ਤਰੀਕਿਆਂ ਦੇ ਨਾਲ ਇਹਨਾਂ ਤਹਿਾਂ ਨੂੰ ਕੀ ਕਰਦੇ ਨੇ? ਬਣਾਉਂਦੇ ਆ। ਸੈਡੀਮੈਂਟਰੀ ਰੌਕ ਇਜ਼ ਦਾ ਓਨਲੀ ਟਾਈਪ ਦੈਟ ਪ੍ਰੀਜ਼ਰਵ ਫਾਸਿਲਸ, ਵੀ ਜਿਹੜੇ ਜੀਵਾਂ ਦੇ ਅਵਸ਼ੇਸ਼ ਨੇ ਉਹ ਇਹਨਾਂ ਚਟਾਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦੇ ਆ। ਇਹਨਾਂ ਚਟਾਨਾਂ ਦੇ ਮੇਨਲੀ ਇਹ ਚਟਾਨਾਂ ਬਣਦੀਆਂ ਕਿਉਂ ਨੇ? ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਅਗਨੀ ਚਟਾਨਾਂ ਨੇ ਜਿਹੜੀਆਂ ਉਹ ਕਾਹਦੇ ਤੋਂ ਬਣੀਆਂ ਸੀਗੀਆਂ? ਅਗਨੀ ਚਟਾਨਾਂ ਲਾਵੇ ਤੋਂ ਬਣੀਆਂ ਸੀ। ਅਤੇ ਫਿਰ ਇਹ ਚਟਾਨਾਂ ਕਿਹਦੇ ਤੋਂ ਬਣਦੀਆਂ ਨੇ? ਜਦੋਂ ਲਾਵੇ ਤੋਂ ਬਣੀਆਂ ਚਟਾਨਾਂ, ਅਗਨੀ ਚਟਾਨਾਂ ਦੀ ਅੱਗੇ ਟੁੱਟ ਭੱਜ ਹੁੰਦੀ ਆ, ਫਿਰ ਉਹ ਟੁੱਟ ਭੱਜ ਕਿਸੇ ਹੋਰ ਥਾਂ ਜਾ ਕੇ ਜੰਮਦੀ ਆ। ਜਦੋਂ ਹੋਰ ਥਾਂ ਜਾ ਕੇ ਜੰਮਦੀ ਆ ਤਾਂ ਫਿਰ ਦੋ ਕਾਰਕ ਨੇ ਜਿਹੜੇ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੇ ਆ। ਯਾਦ ਰੱਖਣਾ, ਇੱਕ ਹੈ ਦਬਾਓ ਅਤੇ ਦੂਸਰਾ ਹੈ ਤਾਪਮਾਨ। ਦੋਨੇ ਜਿਹੜੇ ਕਾਰਕ ਨੇ ਉਹ ਵੱਡਾ ਰੋਲ ਅਦਾ ਕਰਦੇ ਆ। ਆਪਾਂ ਇੱਥੇ ਬਹੁਤ ਧਿਆਨ ਦੇ ਨਾਲ, ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਂਗੇ। ਜਿਹੜੀਆਂ ਤਹਿਦਾਰ ਚਟਾਨਾਂ ਨੇ ਉਹਦੇ ਵਿੱਚ ਪ੍ਰੈਸ਼ਰ ਅਤੇ ਨਾਲ ਜੋੜਨ ਵਾਲੇ ਪਦਾਰਥ ਧਰਤੀ ਦੇ ਉੱਪਰ ਬਹੁਤ ਸਾਰੇ ਇੱਦਾਂ ਦੇ ਪਦਾਰਥ ਹੈਗੇ ਆ ਜਿਹੜੇ ਆਪਸ ਵਿੱਚ ਰਲ ਕੇ
ਇੱਕ ਇੱਦਾਂ ਦਾ ਘੋਲ ਕ੍ਰੀਏਟ ਕਰਦੇ ਆ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਵੱਖ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾ। ਤਾਂ ਇਹਨਾਂ ਚਟਾਨਾਂ ਦੇ ਵਿੱਚ ਜਦੋਂ ਅਗਨੀ ਚਟਾਨਾਂ ਟੁੱਟਦੀਆਂ ਨੇ, ਉਹਨਾਂ ਦੇ ਵੱਡੇ ਛੋਟੇ ਪੱਥਰ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਕਿਸੇ ਵੀ ਤਰੀਕੇ ਦੇ ਨਾਲ, ਆਪਾਂ ਵਾਰ-ਵਾਰ ਗੱਲ ਕੀਤੀ, ਹਵਾ ਦੇ ਨਾਲ, ਨਦੀ ਦੇ ਨਾਲ, ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਦੇ ਨਾਲ, ਜਾਂ ਫਿਰ ਇੱਥੇ ਆਪਾਂ ਕਹਾਂਗੇ ਗਲੇਸ਼ੀਅਰ ਦੇ ਨਾਲ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਚਲੇ ਜਾਂਦੇ ਨੇ, ਤਾਂ ਫਿਰ ਜਾ ਕੇ ਉਸ ਥਾਂ 'ਤੇ ਜੰਮਦੇ ਆ। ਅਤੇ ਇਹਨਾਂ ਚਟਾਨਾਂ ਤੋਂ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਜਿੱਦਾਂ ਆਪਾਂ ਪਹਿਲਾਂ ਕਿਹਾ ਨਾ ਵੀ ਸਾਡੇ ਪੁਰਾਣੇ ਜਿਹੜੇ ਮਨੁੱਖ ਬਾਰੇ, ਜਿਹੜਾ ਸਾਡਾ ਪੂਰਵਜ ਸੀ, ਉਹਦੇ ਬਾਰੇ ਪਤਾ, ਪੱਥਰ ਯੁੱਗ ਬਾਰੇ ਸਾਨੂੰ ਪਤਾ ਲੱਗਦਾ। ਬਹੁਤ ਸਾਰੀਆਂ ਵਿਗਿਆਨਕ ਖੋਜਾਂ ਦੇ ਵਿੱਚ ਇਹ ਜਿਹੜੀਆਂ ਤਹਿਦਾਰ ਚਟਾਨਾਂ ਨੇ ਉਹ ਬਹੁਤ ਵੱਡਾ ਹਿੱਸਾ ਵਾ ਜਿਹੜਾ ਪਾਉਂਦੀਆਂ ਨੇ। ਹੁਣ ਤੱਕ ਅਸੀਂ ਇਹ ਸਮਝ ਚੁੱਕੇ ਹਾਂ ਵੀ ਤਹਿਦਾਰ ਚਟਾਨਾਂ ਕੀ ਹੁੰਦੀਆਂ ਨੇ। ਤਹਿਦਾਰ ਚਟਾਨਾਂ ਨੇ ਜਿਹੜੀਆਂ, ਅੱਗੇ ਉਹਨਾਂ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਲੈਂਦੇ ਹਾਂ। ਉਹ ਕਿਹੜੇ 4 ਭਾਗ ਨੇ? ਪਹਿਲੇ ਹੈਗੇ ਆ ਕਲਾਸਟਿਕ ਜਾਂ ਪਿੱਤਰੀ ਚਟਾਨਾਂ। ਨੰਬਰ 2 ਤੇ ਹੈਗੀਆਂ ਸਾਡੇ ਕੋਲ ਭੌਤਿਕ ਵਿਧੀ ਦੁਆਰਾ ਬਣੀਆਂ ਚਟਾਨਾਂ, ਭੌਤਿਕ ਵਿਧੀ ਦੁਆਰਾ ਨਿਰਮਿਤ ਚਟਾਨਾਂ। ਤੀਸਰੀਆਂ ਹੈਗੀਆਂ ਨੇ ਸਾਡੇ ਕੋਲ ਸਜੀਵੀ ਚਟਾਨਾਂ, ਅਤੇ ਚੌਥੀਆਂ ਹੈਗੀਆਂ ਸਾਡੇ ਕੋਲ ਰਸਾਇਣਿਕ ਵਿਧੀ ਦੁਆਰਾ ਨਿਰਮਿਤ ਚਟਾਨਾਂ। ਪਿਆਰੇ ਵਿਦਿਆਰਥੀਓ, ਤਾਂ ਹੁਣ ਅਸੀਂ ਕੱਲੀ ਜਿਹੜੀ ਕਿਸਮ ਆ ਉਹਨੂੰ ਪੂਰੇ ਵਿਸਥਾਰ ਦੇ ਨਾਲ ਸਮਝਾਂਗੇ। ਕਲਾਸਟਿਕ ਚਟਾਨਾਂ ਦਾ ਭਾਵ ਕੀ ਆ? ਉਹ ਚਟਾਨਾਂ ਜਿਹੜੀਆਂ ਪਹਿਲਾਂ ਤੋਂ ਹੀ ਹੈਗੀਆਂ ਨੇ, ਉਹਨਾਂ ਦੀ ਟੁੱਟ ਭੱਜ ਤੋਂ ਇੱਕ ਨਵੀਂ ਚਟਾਨ ਬਣ ਰਹੀ ਆ। ਬਹੁਤ ਸੌਖਾ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਇਹ ਗੱਲ ਆਪਣੇ ਆਪ ਨੂੰ ਸਮਝਾਵਾਂਗੇ ਵੀ ਇਹ ਜਿਹੜੀ ਤਹਿਦਾਰ ਚਟਾਨ ਆ, ਇਹ ਪਹਿਲਾਂ ਤੋਂ ਹੀ ਮੌਜੂਦ ਅਗਨੀ ਚਟਾਨ ਦੇ ਟੁਕੜਿਆਂ ਤੋਂ ਬਣਦੀ ਆ। ਤਾਂ ਪਹਿਲਾਂ ਤੋਂ ਧਰਤੀ ਦੇ ਉੱਪਰ ਜਿਹੜੀਆਂ ਚਟਾਨਾਂ ਹੈਗੀਆਂ ਨੇ, ਉਹਨਾਂ ਦੀ ਜਦੋਂ ਟੁੱਟ ਭੱਜ ਹੁੰਦੀ ਆ, ਤਾਂ ਫਿਰ ਉਹਨਾਂ ਟੁੱਟ ਭੱਜ ਤੋਂ ਅੱਗੇ ਜਿਹੜੀਆਂ ਚਟਾਨਾਂ ਨੇ ਉਹ ਬਣਦੀਆਂ ਨੇ। ਚਟਾਨਾਂ ਦੀ ਟੁੱਟ ਭੱਜ ਜਦੋਂ ਕਿਸੇ ਹੋਰ ਥਾਂ 'ਤੇ ਨਿਖੇਪਤ ਹੁੰਦੀ ਆ, ਤਾਂ ਫਿਰ ਇਹ ਕਲਾਸਟਿਕ ਪਿੱਤਰੀ ਚਟਾਨਾਂ ਨੇ ਜਿਹੜੀਆਂ ਤਿਆਰ ਹੁੰਦੀਆਂ ਨੇ। ਇਹਨਾਂ ਨੂੰ ਤਿਆਰ ਹੋਣ ਲਈ ਕਾਫੀ ਲੰਮਾ ਸਮਾਂ ਵਾ ਜਿਹੜਾ ਉਹ ਲੱਗ ਜਾਂਦਾ ਵਾ। ਤਾਂ ਇਹਦੇ ਵਿੱਚ ਆਪਾਂ ਸਮਝਾਂਗੇ ਇਹ ਉਹ ਚਟਾਨਾਂ ਨੇ ਜੋ ਪਹਿਲਾਂ ਤੋਂ ਹੀ ਮੌਜੂਦ ਚਟਾਨਾਂ ਦੀ ਟੁੱਟ ਭੱਜ ਨੇ, ਅਤੇ ਇਹ ਨਿਰਜੀਵ ਚਟਾਨਾਂ ਨੇ ਜਿਹੜੀਆਂ, ਇਹਨਾਂ ਨੂੰ ਅਸੀਂ ਅੱਗੇ 2 ਭਾਗਾਂ ਦੇ ਵਿੱਚ ਡਿਵਾਈਡ ਕਰਾਂਗੇ। ਇੱਕ ਜਲ ਨਿਖੇਪਤ ਜਾਂ ਸਮੁੰਦਰੀ ਤਲਛਟੀ ਚਟਾਨਾਂ, ਜਿਹੜੀਆਂ ਸਮੁੰਦਰ ਦੇ ਅੰਦਰ ਨੇ। ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਇਹ ਚਟਾਨਾਂ ਸਿਰਫ ਧਰਤੀ ਦੇ ਉੱਪਰ ਨਹੀਂ, ਸਮੁੰਦਰ ਦੇ ਅੰਦਰ ਵੀ ਪਾਈਆਂ ਜਾਂਦੀਆਂ ਨੇ। ਕਿਉਂਕਿ ਪਿਆਰੇ ਵਿਦਿਆਰਥੀਓ, ਜਿੰਨੀਆਂ ਵੀ ਨਦੀਆਂ ਨੇ ਉਹ ਆਪਣਾ ਰਾਹ, ਆਪਣਾ ਪੂਰਾ ਸਫ਼ਰ ਪਹਾੜਾਂ ਤੋਂ ਸ਼ੁਰੂ ਕਰਕੇ, ਬਹੁਤ ਸਾਰੀਆਂ ਨਦੀਆਂ ਨੇ ਜਿਹੜੀਆਂ ਆਪਣਾ ਜਿਹੜਾ ਸਫ਼ਰ ਆ ਉਹ ਖ਼ਤਮ ਕਰਦੀਆਂ ਨੇ ਸਮੁੰਦਰਾਂ 'ਚ ਜਾ ਕੇ। ਲੱਖਾਂ ਹੀ ਨਦੀਆਂ ਆਪਣੇ ਨਾਲ ਲਿਆਂਦਾ ਸਾਰਾ ਜੋ ਵੀ ਮਲਬਾ ਉਹ ਸਮੁੰਦਰਾਂ ਦੇ ਵਿੱਚ ਜਾ ਕੇ ਉਹ ਸਿੱਟਦੀਆਂ ਨੇ, ਅਤੇ ਇਹ ਮਲਬਾ ਅੱਗੇ ਤਹਿ ਪਰਤ ਦਰ ਪਰਤ ਜਿਹੜਾ ਵਾ ਉਹ ਜੰਮਦਾ ਚਲੇ ਜਾਂਦਾ ਵਾ। ਇਸ ਕਿਸਮ ਦੇ ਵਿੱਚ ਆਪਾਂ ਨੇ ਕਿਹਾ ਪਹਿਲੀਆਂ ਸੀਗੀਆਂ ਜਲ ਨਿਖੇਪਤ ਜਾਂ ਸਮੁੰਦਰੀ ਤਲਛਟੀ ਚਟਾਨਾਂ। ਇਹਦੇ ਵਿੱਚ ਪਹਿਲੀਆਂ ਹੈਗੀਆਂ ਨੇ ਰੇਤ ਦੀਆਂ ਚਟਾਨਾਂ। ਇੱਥੇ ਰੇਤ ਦੀਆਂ ਚਟਾਨਾਂ ਜੋ ਸਮੁੰਦਰ ਦੇ ਅੰਦਰ ਨੇ। ਸਮੁੰਦਰ ਨਦੀ ਆ ਜਿਹੜੀ, ਤੁਹਾਨੂੰ ਪਤਾ ਵੀ ਆਪਣੇ ਖਾਸ ਕਰ ਪੰਜਾਬ ਦੇ ਵਿੱਚ ਜਦੋਂ ਅਸੀਂ ਘਰ ਬਣਾਉਂਦੇ ਆ, ਤਾਂ ਘਰ ਬਣਾਉਣ ਦੇ ਲਈ ਸਾਨੂੰ ਰੇਤਾ ਵਾ ਜਿਹੜਾ ਉਹ ਦਰਿਆਵਾਂ ਤੋਂ ਪ੍ਰਾਪਤ ਹੁੰਦਾ। ਤੁਸੀਂ ਦੇਖਿਆ ਨਾ, ਬਹੁਤ ਵਾਰ ਤੁਸੀਂ ਕਿਸੇ ਦਰਿਆ ਦੇ ਉੱਪਰ ਦੇ ਪੁਲ ਦੇ ਉੱਪਰ ਦੀ ਲੰਘਦੇ ਹੋ ਤਾਂ ਬਹੁਤ ਸਾਰੇ ਜਿਹੜੇ ਟਰੱਕ ਨੇ ਉਹ ਰੇਤਾ ਵਾ ਜਿਹੜਾ ਉਹ ਉਹਦੇ ਤੋਂ ਪ੍ਰਾਪਤ ਕਰ ਰਹੇ ਹੁੰਦੇ ਨੇ। ਤਾਂ ਦਰਿਆ ਦੇ ਪਾਣੀ ਦੇ ਵਿੱਚ ਬਹੁਤ ਸਾਰਾ ਰੇਤਾ ਵਾ। ਇਹ ਰੇਤਾ ਬਹੁਤੀ ਵਾਰ ਜਿਹੜੇ ਦਰਿਆ ਨੇ, ਨਦੀਆਂ ਨੇ, ਉਹ ਸਿੱਧਾ ਸਮੁੰਦਰ ਦੇ ਵਿੱਚ ਜਾ ਕੇ ਆਪਣਾ ਡਿਪੋਜ਼ਿਟ ਕਰ ਦਿੰਦੀਆਂ ਨੇ। ਤਾਂ ਉੱਥੇ ਸਾਨੂੰ ਜਿਹੜੀਆਂ ਤਹਿਦਾਰ ਚਟਾਨਾਂ ਜਿਹਦੇ 'ਚ ਰੇਤਾ ਜ਼ਿਆਦਾ ਉਹਨੂੰ ਮਿਲਦਾ, ਉਹਨਾਂ ਨੂੰ ਕਹਿੰਦੇ ਹਾਂ ਅਸੀਂ ਰੇਤ ਦੀਆਂ ਚਟਾਨਾਂ। ਨੰਬਰ 2 'ਤੇ ਮਿੱਟੀ ਦੀਆਂ ਚਟਾਨਾਂ। ਕਿਉਂਕਿ ਸਾਨੂੰ ਇਹ ਪਤਾ ਹੈ, ਜਿੱਦਾਂ ਪੰਜਾਬ ਦੀ ਧਰਤੀ ਆ, 5 ਦਰਿਆਵਾਂ ਦੀ ਧਰਤੀ ਆ, 5 ਦਰਿਆਵਾਂ ਨੇ ਆਪਣੇ ਨਾਲ ਜਿੰਨਾ ਵੀ ਪਹਾੜਾਂ ਤੋਂ ਮਲਬਾ ਲੈ ਕੇ ਆਉਂਦਾ ਉਹ ਮਿੱਟੀ ਦੇ ਰੂਪ ਦੇ ਵਿੱਚ ਸਾਨੂੰ ਇੱਥੇ ਪ੍ਰਾਪਤ ਹੁੰਦਾ। ਤਾਂ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਗਾਰਾ ਆ, ਤਾਂ ਉਸ ਗਾਰੇ ਦੇ ਵਿੱਚ ਵੱਡੀ ਮਾਤਰਾ ਮਿੱਟੀ ਦੀ ਆ, ਅਤੇ ਮਿੱਟੀ ਫਿਰ ਪਾਣੀ ਦੇ ਨਾਲ ਘੁਲ ਕੇ, ਪਾਣੀ ਦੇ ਨਾਲ ਹੜ ਕੇ ਆਪਣਾ ਜਿਹੜਾ ਸਫ਼ਰ ਆ ਪੂਰਾ ਕਰਦੀ ਆ। ਅਤੇ ਸਮੁੰਦਰ ਦੇ ਵਿੱਚ ਸੈਕਿੰਡ ਜਿਹੜੀ ਕਿਸਮ ਸਾਨੂੰ ਮਿਲਦੀ ਆ ਉਹ ਹੈਗੀਆਂ ਨੇ ਮਿੱਟੀ ਦੀਆਂ ਚਟਾਨਾਂ। ਅਤੇ ਫਿਰ ਇਸ ਤੋਂ ਅੱਗੇ ਸਾਡੇ ਕੋਲ ਜਿਹੜਾ ਨੈਕਸਟ ਅਸੀਂ ਸਮਝਾਂਗੇ ਦਰਿਆਈ ਚਟਾਨਾਂ। ਹੁਣ ਜਿਹੜੀਆਂ ਦਰਿਆਈ ਚਟਾਨਾਂ ਨੇ ਉਹ ਜਦੋਂ ਤੁਹਾਨੂੰ ਪਤਾ ਹੈ ਵੀ ਜਿਹੜਾ ਦਰਿਆ ਉਹ ਪਹਾੜਾਂ ਦੇ ਵਿੱਚੋਂ ਸ਼ੁਰੂ ਹੁੰਦਾ ਹੈ, ਤਾਂ ਉਸ ਵੇਲੇ ਉਹਦੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ। ਕਿਉਂਕਿ ਦਰਿਆ ਦਾ ਜਿਹੜਾ ਰਸਤਾ ਚੱਲਣ ਦਾ ਉਹ ਛੋਟਾ ਹੁੰਦਾ। ਜਿਵੇਂ ਜਿਵੇਂ ਦਰਿਆ ਮੈਦਾਨੀ ਭਾਗਾਂ ਦੇ ਵਿੱਚ ਪਹੁੰਚਦਾ ਤਾਂ ਫਿਰ ਦਰਿਆ ਦਾ ਜਿਹੜਾ ਚੱਲਣ ਦਾ ਰਸਤਾ ਵੱਡਾ ਹੋ ਜਾਂਦਾ, ਅਤੇ ਦਰਿਆ ਦੇ ਪਾਣੀ ਦੀ ਰਫ਼ਤਾਰ ਹੌਲੀ ਹੋ ਜਾਂਦੀ ਆ। ਤਾਂ ਉਸ ਵੇਲੇ ਦਰਿਆ ਦਾ ਜਿਹੜਾ ਪਾਣੀ ਆ
ਆਪਾਂ ਪਹਾੜਾਂ ਦੀ ਗੱਲ ਕਰ ਰਹੇ ਹਾਂ, ਜਿੱਥੇ ਜਿਹੜੀ ਨਦੀ ਆ ਜਾਂ ਦਰਿਆ ਦਾ ਜਨਮ ਹੁੰਦਾ, ਤਾਂ ਉਦੋਂ ਉਸ ਵੇਲੇ ਉਹਦੇ ਪਾਣੀ ਦੇ ਵਿੱਚ, ਦਰਿਆ ਦੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਹੁੰਦਾ, ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਅਤੇ ਫਿਰ ਉਹ ਪਾਣੀ ਆਲੇ ਦੁਆਲੇ ਦੀਆਂ ਚਟਾਨਾਂ ਦੇ ਨਾਲ ਟਕਰਾਉਂਦਾ। ਉਹ ਜਦੋਂ ਪਾਣੀ ਇਸ ਤਰੀਕੇ ਨਾਲ ਟਕਰਾਉਂਦਾ ਤਾਂ ਬਹੁਤ ਸਾਰਾ ਮਲਬਾ ਵਾ ਜਿਹੜਾ ਉਹ ਆਪਣੇ ਨਾਲ ਲੈ ਕੇ ਚੱਲਦਾ, ਅਤੇ ਅੱਗੇ ਜਾ ਕੇ ਇਹੀ ਜਿਹੜਾ ਮਲਬਾ ਵਾ ਉਹ ਜਿੱਥੇ ਪਾਣੀ ਦੀ ਰਫ਼ਤਾਰ ਘਟਦੀ ਆ ਉਹਨਾਂ ਇਲਾਕਿਆਂ 'ਚ ਜਾ ਕੇ ਉਹ ਵਿਛਾ ਦਿੰਦਾ। ਆਪਾਂ ਬਹੁਤ ਵਾਰ ਸੁਣਦੇ ਆ ਨਾ ਵੀ ਹੜ੍ਹ ਦੇ ਮੈਦਾਨ, ਤਾਂ ਹੜ੍ਹ ਦੇ ਮੈਦਾਨ ਜਦੋਂ ਦਰਿਆਵਾਂ ਦੇ ਨਦੀਆਂ ਵਿੱਚ ਹੜ੍ਹ ਆਉਂਦਾ ਅਤੇ ਉਹਦੇ ਵਿਚਲਾ ਜਿਹੜਾ ਗਾਰਾ ਵਾ ਉਹ ਨੀਵੇਂ ਇਲਾਕਿਆਂ ਦੇ ਵਿੱਚ ਜਾ ਕੇ ਕਹਿ ਦਿਓ ਵੀ ਫੈਲ ਜਾਂਦਾ, ਸੁੱਕ ਜਾਂਦਾ, ਅਤੇ ਸਾਨੂੰ ਇੱਕ ਨਵੇਂ ਉਪਜਾਊ ਮੈਦਾਨ ਨੇ ਜਿਹੜੇ ਉਹ ਵੇਖਣ ਨੂੰ ਮਿਲਦੇ ਆ। ਅੱਛਾ, ਫਿਰ ਅੱਗੇ ਹੈ ਸਾਡੇ ਕੋਲ ਝੀਲ ਪਰਤਦਾਰ ਚਟਾਨਾਂ। ਤੁਸੀਂ ਬਹੁਤ ਵਾਰ ਜਿਹੜੀਆਂ ਝੀਲਾਂ ਨੇ ਉਹਨਾਂ ਬਾਰੇ ਪੜ੍ਹਿਆ, ਅਤੇ ਬਹੁਤ ਸਾਰੇ ਬੱਚਿਆਂ ਨੇ ਝੀਲਾਂ ਵੇਖੀਆਂ ਵੀ ਹੋਣਗੀਆਂ। ਤਾਂ ਜਿਹੜੀਆਂ ਝੀਲਾਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਉਹ ਦਰਿਆਵਾਂ ਦੁਆਰਾ ਲਿਆਂਦਾ ਜਾਂਦਾ, ਅਤੇ ਬਹੁਤ ਸਾਰੇ ਦਰਿਆ ਆਪਣਾ ਜਿਹੜਾ ਸਫ਼ਰ ਆ ਉਹ ਕਈ ਝੀਲਾਂ ਦੇ ਵਿੱਚ ਹੀ ਖ਼ਤਮ ਕਰ ਦਿੰਦੇ ਆ, ਅੱਗੇ ਜਾਂਦੇ ਨਹੀਂ, ਝੀਲ ਦੇ ਵਿੱਚ ਹੀ ਆਪਣਾ ਜਿਹੜਾ ਪਾਣੀ ਆ ਉਹ ਪੂਰਾ ਕਰ ਦਿੰਦੇ ਆ। ਤਾਂ ਉਸ ਵੇਲੇ ਸਾਨੂੰ ਉਹਨਾਂ ਝੀਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਤਹਿਾਂ ਨੇ ਜਿਹੜੀਆਂ, ਕਿਉਂਕਿ ਜਿਹੜਾ ਮਲਬਾ ਆ ਕਿੱਥੋਂ ਰਿਹਾ, ਉੱਚੇ ਇਲਾਕਿਆਂ ਤੋਂ, ਅਤੇ ਵਿਛੂਗਾ ਕਿੱਥੇ, ਨੀਵੇਂ ਇਲਾਕਿਆਂ ਦੇ ਵਿੱਚ। ਤਾਂ ਉਸ ਵੇਲੇ ਵੀ ਸਾਨੂੰ ਇਹ ਦੇਖਣ ਨੂੰ ਮਿਲਦਾ, ਜਦੋਂ ਝੀਲ ਸੁੱਕਦੀ ਆ ਜਾਂ ਪਾਣੀ ਘਟਦਾ ਆ, ਤਾਂ ਜਦੋਂ ਵੀ ਅਸੀਂ ਉਸ ਇਲਾਕੇ ਦੇ ਵਿੱਚ ਖੁਦਾਈ ਕਰਦੇ ਹਾਂ, ਪੱਟਦੇ ਹਾਂ, ਤਾਂ ਸਾਨੂੰ ਜਿਹੜੀਆਂ ਮਿੱਟੀ ਦੀਆਂ, ਰੇਤੇ ਦੀਆਂ ਜਿਹੜੀਆਂ ਪਰਤਾਂ ਨੇ ਮਿਲ ਜਾਂਦੀਆਂ ਨੇ, ਉਹਨਾਂ ਨੂੰ ਕਹਿੰਦੇ ਹਾਂ ਅਸੀਂ ਝੀਲ ਪਰਤਦਾਰ ਚਟਾਨਾਂ। ਅਤੇ ਫਿਰ ਅੱਗੇ ਸਾਡੇ ਕੋਲ ਕਲਾਸਟਿਕ ਚਟਾਨਾਂ ਦੇ ਵਿੱਚ ਹੀ ਅਗਲਾ ਜਿਹੜਾ ਸਾਡੇ ਕੋਲ ਫੈਕਟਰ ਹੈਗਾ ਉਹ ਹੈ ਵਾਯੂ ਨਿਖੇਪਿਤ ਚਟਾਨਾਂ। ਹੁਣ ਤੁਸੀਂ ਮੈਦਾਨੀ ਇਲਾਕਿਆਂ ਦੇ ਵਿੱਚ ਅਸੀਂ ਹਮੇਸ਼ਾ ਦੇਖਦੇ ਹਾਂ ਵੀ ਜਦੋਂ ਹਵਾ ਚੱਲਦੀ ਆ ਤਾਂ ਹਵਾ ਬੜੀ ਤੇਜ਼ ਰਫ਼ਤਾਰ ਦੇ ਨਾਲ ਆਪਣਾ ਜਿਹੜਾ ਸਫ਼ਰ ਆ ਪੂਰਾ ਕਰਦੀ ਆ। ਉਸ ਵੇਲੇ ਹਵਾ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਆਉਂਦੀ ਆ ਤਾਂ ਹਵਾ ਉਹਨੂੰ ਆਪਣੇ ਨਾਲ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦੀ ਆ। ਤਾਂ ਪਿਆਰੇ ਬੱਚਿਓ, ਜਿਹੜੇ ਹਲਕੇ ਪਦਾਰਥ ਨੇ ਜਿੱਦਾਂ ਧੂੜ, ਮਿੱਟੀ, ਰੇਤਾ, ਇਹ ਸਾਰੇ ਦੇ ਸਾਰੇ ਹਵਾ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੱਲਣਾ ਸਟਾਰਟ ਕਰ ਜਾਂਦੇ ਆ। ਜਦੋਂ ਆਪਾਂ ਕਹਿੰਦੇ ਨਾ ਵੀ ਹਨੇਰੀ ਜਦੋਂ ਚੱਲਦੀ ਆ ਤਾਂ ਹਨੇਰੀ ਹੋਰ ਜ਼ਿਆਦਾ ਕਾਲੀ ਹੁੰਦੀ ਚਲੇ ਜਾਂਦੀ ਆ। ਤਾਂ ਕਿਉਂ ਬਈ? ਕਿਉਂਕਿ ਉਹਦੇ ਵਿੱਚ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚੋਂ ਧੂੜ ਮਿੱਟੀ ਦੇ ਕਣ ਨੇ ਜਿਹੜੇ ਲਗਾਤਾਰ ਵਧੀ ਜਾਂਦੇ ਆ। ਤਾਂ ਇੱਥੇ ਆਪਾਂ ਇਹ ਸਮਝ ਰਹੇ ਹਾਂ, ਜਦੋਂ ਚਟਾਨਾਂ ਟੁੱਟਦੀਆਂ ਨੇ ਤਾਂ ਉਹਨਾਂ ਚਟਾਨਾਂ ਦੇ ਟੁੱਟਣ ਤੋਂ ਬਾਅਦ ਉਹਨਾਂ ਦਾ ਜਿਹੜਾ ਰਹਿੰਦ ਖੂੰਹਦ ਆ, ਉਹਨਾਂ ਦਾ ਜਿਹੜਾ ਛੋਟੇ ਵੱਡੇ ਹਿੱਸੇ ਆ ਜਿਨ੍ਹਾਂ ਨੂੰ ਹਵਾ ਆਸਾਨੀ ਨਾਲ ਉਠਾ ਕੇ ਲਿਜਾ ਸਕਦੀ ਆ, ਤਾਂ ਹਵਾ ਉਹਨਾਂ ਕਣਾਂ ਨੂੰ ਕਹਿ ਸਕਦੇ ਹਾਂ ਵੀ ਜਿੰਨੇ ਕੁ ਭਾਰੇ ਕਣ ਚੱਕ ਹੋ ਸਕਦੇ ਆ, ਹਵਾ ਉਹਨਾਂ ਕਣਾਂ ਨੂੰ ਇੱਕ ਥਾਂ ਤੋਂ ਲੈ ਕੇ ਜਾਂਦੀ ਹੈ ਅਤੇ ਦੂਸਰੇ ਥਾਂ ਜਿੱਥੇ ਜਾ ਕੇ ਹਵਾ ਦੀ ਰਫ਼ਤਾਰ ਹੌਲੀ ਹੋ ਜਾਂਦੀ ਆ ਤਾਂ ਉੱਥੇ ਉਹ ਉਹਨਾਂ ਨੂੰ ਵਿਛਾਉਣਾ ਸ਼ੁਰੂ ਕਰ ਦਿੰਦੀ ਆ। ਤੁਸੀਂ ਹਰ ਰੋਜ਼ ਇਹ ਗੱਲ ਨੋਟ ਕਰਦੇ ਹੋ ਵੀ ਜਦੋਂ ਵੀ ਤੁਸੀਂ ਸਕੂਲ ਆ ਕੇ ਆਪਣੇ ਬੈਂਚ 'ਤੇ ਬੈਠਦੇ ਹੋ ਤਾਂ ਤੁਹਾਨੂੰ ਇੱਕ ਨਵੀਂ ਧੂੜ ਦੀ ਪਰਤ ਆ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਹੁਣ ਉਹ ਜਿਹੜੀ ਧੂੜ ਆ ਉਹਨੂੰ ਕੌਣ ਲੈ ਕੇ ਆ ਰਿਹਾ? ਸਾਡੇ ਉਸ ਕਮਰੇ 'ਚ ਜਾਂ ਸਾਡੇ ਉਸ ਸਕੂਲ ਦੇ ਵਿੱਚ ਚੱਲਣ ਵਾਲੀ ਹਵਾ ਲੈ ਕੇ ਆ ਰਹੀ ਹੈ। ਹਵਾ ਦੇ ਵਿੱਚ ਧੂੜ ਆ, ਜਦੋਂ ਉਹ ਹਵਾ ਕਿਸੇ ਸ਼ਾਂਤ ਕਮਰੇ 'ਚ ਪਹੁੰਚਦੀ ਆ ਜਾਂ ਕਿਸੇ ਸ਼ਾਂਤ ਇਲਾਕੇ 'ਚ ਪਹੁੰਚਦੀ ਆ ਤਾਂ ਫਿਰ ਉਸ ਧੂੜ ਨੂੰ ਉਸੇ ਥਾਂ 'ਤੇ ਛੱਡ ਦਿੰਦੀ ਆ। ਕਿਉਂ ਛੱਡ ਦਿੰਦੀ ਆ? ਕਿਉਂਕਿ ਹਵਾ ਹੌਲੀ ਹੋ ਗਈ, ਹਵਾ ਵਿਚਲੇ ਸਾਰੇ ਭਾਰੇ ਪਦਾਰਥ ਨੇ ਜਿਹੜੇ ਉਸ ਥਾਂ 'ਤੇ ਕੀ ਹੋ ਗਏ, ਡਿਪੋਜ਼ਿਟ ਹੋ ਗਏ। ਅਤੇ ਕਲਾਸਟਿਕ ਚਟਾਨਾਂ ਦੇ ਵਿੱਚ ਆਖਰੀ ਜਿਹੜੀ ਸਾਡੇ ਕੋਲ ਕਿਸਮ ਹੈਗੀ ਆ ਉਹ ਹੈਗੀ ਆ ਹਿਮ ਨਿਖੇਪਿਤ ਚਟਾਨਾਂ। ਤੁਹਾਨੂੰ ਆਪਾਂ ਨੇ ਪਹਿਲਾਂ ਸਮਝਿਆ ਇਸ ਗੱਲ ਨੂੰ ਵੀ ਹਮੇਸ਼ਾ ਹੀ ਉੱਚੇ ਜਿਹੜੇ ਪਹਾੜ ਨੇ, ਬਹੁਤ ਉਚਾਈ 'ਤੇ ਮਿਲਦੇ ਆ, ਉਹਨਾਂ ਪਹਾੜਾਂ ਦੇ ਉੱਪਰ ਜਿਹੜੀ ਬਰਫ਼ ਆ ਸਾਨੂੰ ਚੋਟੀਆਂ ਦੇ ਉੱਪਰ ਦੇਖਣ ਨੂੰ ਮਿਲਦੀ ਆ। ਹੁਣ ਇਹ ਵਾਲੀ ਜਿਹੜੀ ਬਰਫ਼ ਆ ਉਹ ਪਹਾੜਾਂ ਦੀਆਂ ਚੋਟੀਆਂ ਤੋਂ ਪਹਾੜਾਂ ਦੇ ਪੈਰਾਂ ਵੱਲ ਨੂੰ ਵਜਨ ਦੇ ਨਾਲ ਜਾਂ ਟੁੱਟਣ ਦੇ ਨਾਲ ਜਾਂ ਖੁਰਨ ਦੇ ਨਾਲ ਆਪਣਾ ਸਫ਼ਰ ਆ ਜਿਹੜਾ ਉਹ ਸ਼ੁਰੂ ਕਰਦੀ ਆ। ਪਹਾੜ ਦੇ ਪੈਰਾਂ ਤੋਂ ਪਹਾੜ ਦੇ ਸਿਰ ਤੋਂ ਪਹਾੜ ਦੇ ਪੈਰਾਂ ਵੱਲ ਨੂੰ। ਤਾਂ ਜਦੋਂ ਇਹ ਸਫ਼ਰ ਸ਼ੁਰੂ ਹੁੰਦਾ ਹੈ ਤਾਂ ਉਸ ਵੇਲੇ ਵੀ ਉਹ ਬਰਫ਼ ਬਹੁਤ ਜ਼ੋਰ ਨਾਲ ਉਸ ਪਹਾੜ ਨੂੰ ਖੁਰਚਦੀ ਆ ਅਤੇ ਬਰਫ਼ ਦੇ ਹੇਠਲੇ ਪਾਸੇ ਉਸ ਜਿੱਦਾਂ ਕਹਿੰਦੇ ਨੇ ਵੀ ਆਪਾਂ ਬਰਫ਼ ਜਦੋਂ ਚੱਲਦੀ ਆ ਸਾਨੂੰ ਉੱਪਰਲੇ ਪਾਸਿਓਂ ਤਾਂ ਬਰਫ਼ ਬੜੀ ਸਾਫ਼ ਜਾਂ ਕਹਿ ਦਿਓ ਚਿੱਟੇ ਰੰਗ ਦੀ ਦਿਖਦੀ ਆ, ਪਰ ਉਸ ਬਰਫ਼ ਦੇ ਹੇਠਲੇ ਪਾਸੇ ਬਹੁਤ ਸਾਰੀ ਮਿੱਟੀ, ਬਹੁਤ ਸਾਰੇ ਪੱਥਰ, ਬਹੁਤ ਸਾਰਾ ਮਲਬਾ ਵਾ ਜਿਹੜਾ ਉਹਦੇ ਨਾਲ ਪਹਾੜ ਦੇ ਸਿਰ ਤੋਂ ਪਹਾੜ ਦੇ ਪੈਰਾਂ ਵੱਲ ਨੂੰ ਚੱਲਣਾ ਸ਼ੁਰੂ ਕਰ ਜਾਂਦਾ ਵਾ। ਤਾਂ ਇਹ ਸੀਗੀਆਂ ਸਾਡੇ ਕੋਲ 5 ਕਿਸਮਾਂ
ਕਲਾਸਟਿਕ ਚਟਾਨਾਂ ਕਿਹੜੀਆਂ ਹੁੰਦੀਆਂ, ਆਪਾਂ ਫਿਰ ਰਿਪੀਟ ਕਰਾਂਗੇ। ਕਲਾਸਟਿਕ ਚਟਾਨਾਂ ਉਹ ਹੁੰਦੀਆਂ ਨੇ ਜਿਹੜੀਆਂ ਪਹਿਲਾਂ ਤੋਂ ਹੀ ਮੌਜੂਦ ਚਟਾਨਾਂ ਦੀ ਟੁੱਟ ਭੱਜ ਹੁੰਦੀਆਂ ਨੇ। ਤਾਂ ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਅੱਡ ਅੱਡ ਜਿਹੜੇ ਕਾਰਕ ਨੇ ਉਹ ਚਟਾਨਾਂ ਨੂੰ ਤੋੜ ਰਹੇ ਨੇ ਤੇ ਆਪਣੇ ਨਾਲ ਲਿਜਾ ਰਹੇ ਨੇ, ਤੇ ਅਗਲੇ ਪਾਸੇ ਜਿਹੜੀਆਂ ਟੁੱਟ ਭੱਜ ਆ ਉਹ ਪਰਤ ਦਰ ਪਰਤ ਸਾਲਾਂ ਬੱਧੀ ਇਹ ਜਿਹੜੀਆਂ ਤਹਿਦਾਰ ਚਟਾਨਾਂ ਨੇ ਉਹ ਲਗਾਤਾਰ ਬਣਦੀਆਂ ਹੀ ਰਹਿੰਦੀਆਂ ਨੇ। ਤੇ ਹੁਣ ਅਸੀਂ ਗੱਲ ਕਰਾਂਗੇ ਅਗਲੀ ਕਿਸਮ ਜਿਹੜੀ ਹੈਗੀ ਉਹ ਹੈਗੀ ਭੌਤਿਕ ਵਿਧੀ ਦੁਆਰਾ ਨਿਰਮਿਤ ਚਟਾਨਾਂ। ਭੌਤਿਕ ਵਿਧੀ ਦੁਆਰਾ ਨਿਰਮਿਤ ਚਟਾਨਾਂ ਦੇ ਵਿੱਚ ਆਪਾਂ ਸਮਝਾਂਗੇ ਵੀ ਅੱਡ ਅੱਡ ਜਿਹੜੀਆਂ ਚਟਾਨਾਂ ਨੇ, ਅੱਡ ਅੱਡ ਜਿਹੜੇ ਟੁਕੜੇ ਆ। ਹੁਣ ਤੁਸੀਂ ਇਹ ਤਾਂ ਪਿਆਰੇ ਵਿਦਿਆਰਥੀਓ ਸਮਝ ਚੁੱਕੇ ਹੋ ਵੀ ਜਦੋਂ ਚਟਾਨ ਟੁੱਟਦੀ ਆ ਜਾਂ ਹਵਾ ਚੱਲਦੀ ਆ ਜਾਂ ਜਦੋਂ ਨਦੀ ਚੱਲਦੀ ਆ ਜਾਂ ਬਰਫ਼ ਉੱਪਰਲੇ ਇਲਾਕਿਆਂ ਤੋਂ ਹੇਠਲੇ ਇਲਾਕਿਆਂ 'ਚ ਆਉਂਦੀ ਆ ਤਾਂ ਆਪਣੇ ਨਾਲ ਵੱਖ-ਵੱਖ ਕਿਸਮਾਂ ਦੇ ਪੱਥਰ ਲੈ ਕੇ ਆਉਂਦੀ ਆ। ਇਹ ਤਾਂ ਨਹੀਂਗਾ ਵੀ ਇੱਕੋ ਜਿਹੇ ਕਿਸਮ ਦੇ ਲੈ ਕੇ ਆਊ, ਕਿਉਂਕਿ ਉਹਨੇ ਜਦੋਂ ਚੱਲਣਾ ਤਾਂ ਰਸਤੇ 'ਚ ਜਿੰਨੇ ਵੀ ਮਲਬਾ ਇਹਨਾਂ ਤਿੰਨੇ ਕਾਰਕਾਂ ਨੂੰ ਮਿਲਿਆ ਉਹਨਾਂ ਨੇ ਉਤਲੇ ਇਲਾਕਿਆਂ ਤੋਂ ਹੇਠਲੇ ਇਲਾਕਿਆਂ 'ਤੇ ਲੈ ਆਉਣਾ ਵਾ। ਤਾਂ ਇਸ ਤੋਂ ਅੱਗੇ ਭੌਤਿਕ ਵਿਧੀ ਦੁਆਰਾ ਨਿਰਮਿਤ ਚਟਾਨਾਂ ਦੇ ਵਿੱਚ ਆਪਾਂ ਕਹਾਂਗੇ ਇਹ ਉਹ ਚਟਾਨਾਂ ਨੇ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਛੋਟੇ ਕਣ ਨੇ ਜਿਹੜੇ ਸਾਨੂੰ, ਬਹੁਤ ਸਾਰੇ ਚਟਾਨਾਂ ਦੇ ਜਿਹੜੇ ਟੁਕੜੇ ਨੇ ਉਹ ਸਾਨੂੰ ਦੇਖਣ ਨੂੰ ਮਿਲਦੇ ਆ। ਤੇ ਇਹ ਅੱਗੇ ਧਰਤੀ ਦੇ ਅੰਦਰ ਜੋੜਨੇ ਵਾਲਾ ਪਦਾਰਥ ਆ, ਉਹ ਜੋੜਨੇ ਵਾਲੇ ਪਦਾਰਥਾਂ ਦੇ ਨਾਲ ਇਹ ਸਾਰੇ ਦੇ ਸਾਰੇ ਇਕੱਠੇ ਹੋ ਜਾਂਦੇ ਆ ਤੇ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਵੱਖ ਕਰਨਾ ਬੜਾ ਔਖਾ ਹੋ ਜਾਂਦਾ। ਇਸ ਪੱਥਰ ਤੋਂ ਤੁਸੀਂ ਸਮਝ ਰਹੇ ਹੋ ਨਾ, ਇਹ ਹੈ ਪੱਥਰ ਅੱਡ ਅੱਡ ਨਿੱਕੇ ਪੱਥਰਾਂ ਤੋਂ ਤਿਆਰ ਹੋਇਆ ਪੱਥਰ। ਤਾਂ ਜਲਦੀ ਨਾਲ ਅਸੀਂ ਅਗਲੀ ਜਿਹੜੀ ਚਟਾਨ ਆ ਉਹਦੇ ਬਾਰੇ ਸਮਝਾਂਗੇ। ਸਜੀਵੀ ਚਟਾਨਾਂ ਜਿਵੇਂ ਕਿ ਨਾਮ ਤੋਂ ਹੀ ਪਤਾ ਹੈ ਵੀ ਇਹਨਾਂ ਚਟਾਨਾਂ ਦਾ ਨਿਰਮਾਣ ਜੀਵ ਜੰਤੂਆਂ ਦੇ ਅਵਸ਼ੇਸ਼ਾਂ ਤੋਂ, ਬਨਸਪਤੀ ਦੇ ਅਵਸ਼ੇਸ਼ਾਂ ਤੋਂ ਹੋਇਆ ਹੁੰਦਾ ਤੇ ਇਹ ਧਰਤੀ ਦੇ ਅੰਦਰ ਦਬਦੇ ਆ। ਜਦੋਂ ਧਰਤੀ ਦੇ ਅੰਦਰ ਦਬ ਜਾਂਦੇ ਆ ਤਾਂ ਫਿਰ ਧਰਤੀ ਦੀ ਗਰਮੀ ਇਹਨਾਂ ਦਾ ਰੂਪ ਕੀ ਕਰ ਦਿੰਦੀ ਆ, ਚੇਂਜ ਕਰ ਦਿੰਦੀ ਆ। ਜਿੱਦਾਂ ਬਨਸਪਤੀ ਜਦੋਂ ਧਰਤੀ ਦੇ ਅੰਦਰ ਦਬਦੀ ਆ ਤਾਂ ਉਹਦਾ ਰੂਪ ਚੇਂਜ ਹੁੰਦਾ। ਤਾਂ ਜਦੋਂ ਅਸੀਂ ਕਿਤੇ ਵੀ ਕੋਈ ਟੋਆ ਪੱਟਦੇ ਹਾਂ, ਮਿੱਟੀ ਪੱਟਦੇ ਹਾਂ ਜਾਂ ਕਿਤੇ ਵੀ ਕੋਈ JCB ਮਸ਼ੀਨ ਚੱਲਦੀ ਆ ਤਾਂ ਸਾਨੂੰ ਇੱਦਾਂ ਦੇ ਗੋਲ ਜਿਹੜੇ ਅਵਸ਼ੇਸ਼ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਇਹਨਾਂ ਅਵਸ਼ੇਸ਼ਾਂ ਤੋਂ ਅਸੀਂ ਦੋ ਕਿਸਮਾਂ 'ਚ ਇਹਨੂੰ ਡਿਵਾਈਡ ਕਰ ਲੈਂਦੇ ਹਾਂ। ਸਜੀਵੀ ਚਟਾਨਾਂ ਨੂੰ ਦੋ ਭਾਗਾਂ 'ਚ ਵੰਡ ਲੈਂਦੇ ਹਾਂ। ਪਹਿਲੀਆਂ ਹੈਗੀਆਂ ਕੈਲਸ਼ੀਅਮ ਜਾਂ ਚੂਨਾ ਤੋਂ ਨਿਰਮਿਤ ਚਟਾਨਾਂ, ਇਹ ਉਹਨਾਂ ਜੀਵ ਜੰਤੂਆਂ ਦੇ ਹੱਡੀਆਂ ਤੋਂ, ਪਿੰਜਰਾਂ ਤੋਂ ਬਣੀਆਂ ਹੋਈਆਂ ਹੁੰਦੀਆਂ ਨੇ। ਤੇ ਅਗਲੀਆਂ ਹੈਗੀਆਂ ਨੇ ਕਾਰਬਨੀ ਚਟਾਨਾਂ ਜੋ ਕਾਰਬਨ ਦੇ ਅੰਸ਼ਾਂ ਤੋਂ ਬਣਦੀਆਂ ਨੇ ਤੇ ਆਪਾਂ ਕਹਾਂਗੇ ਵੀ ਬਨਸਪਤੀ ਤੋਂ ਬਣਦੀਆਂ ਨੇ, ਜਿੱਦਾਂ ਸਾਨੂੰ ਕੋਲਾ, ਪੈਟਰੋਲੀਅਮ ਆ ਜਿਹੜਾ ਤਾਂ ਸਾਨੂੰ ਪ੍ਰਾਪਤ ਹੁੰਦਾ। ਪਿਆਰੇ ਵਿਦਿਆਰਥੀਓ, ਚੌਥੀ ਕਿਸਮ 'ਚ ਗੱਲ ਕਰਾਂਗੇ ਆਪਾਂ ਰਸਾਇਣਕ ਵਿਧੀ ਦੁਆਰਾ ਬਣੀਆਂ ਚਟਾਨਾਂ। ਰਸਾਇਣਕ ਵਿਧੀ ਦੁਆਰਾ ਬਣੀ ਹੋਈਆਂ ਚਟਾਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸਮੁੰਦਰ ਦਾ ਪਾਣੀ ਜਾਂ ਕਦੋਂ ਵੀ ਜਦੋਂ ਚੂਨੇ ਵਾਲੀਆਂ ਜਿਹੜੀਆਂ ਚਟਾਨਾਂ ਨੇ, ਜਦੋਂ ਪਾਣੀ ਉਹਨਾਂ ਦੇ ਨਾਲ ਕਿਰਿਆ ਕਰਦਾ ਤਾਂ ਇੱਕ ਨਵੀਆਂ ਚਟਾਨਾਂ ਹੋਂਦ ਵਿੱਚ ਆਉਂਦੀਆਂ ਨੇ। ਹੁਣ ਜਦੋਂ ਪਾਣੀ ਚੂਨੇ ਦੀਆਂ ਚਟਾਨਾਂ ਦੇ ਨਾਲ ਕਿਰਿਆ ਕਰਦਾ ਤਾਂ ਉਸ ਤੋਂ ਬਾਅਦ ਪਾਣੀ ਦਾ ਭਾਵ ਬਣ ਕੇ ਉੱਡ ਜਾਂਦਾ ਤੇ ਇੱਕ ਨਵੀਆਂ ਚਟਾਨਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਜਿਵੇਂ ਅਸੀਂ ਸਮੁੰਦਰ ਦੀਆਂ ਜਾਂ ਕਦੋਂ ਗੁਫਾਵਾਂ ਦੇ ਵਿੱਚ ਸਾਨੂੰ ਦੋ ਤਰ੍ਹਾਂ ਦੀਆਂ ਚਟਾਨਾਂ ਦੇਖਣ ਨੂੰ ਮਿਲਦੀਆਂ ਨੇ, ਇੱਕ ਸਟੈਲਗਮਾਈਟ ਤੇ ਦੂਸਰੀਆਂ ਸਟੈਲਗਸਾਈਟ। ਇਹ ਉਹ ਚਟਾਨਾਂ ਨੇ ਜਿਹੜੀਆਂ ਚੂਨੇ ਵਾਲੀਆਂ ਚਟਾਨਾਂ ਸਮੁੰਦਰ ਦੇ ਪਾਣੀ ਦੇ ਨਾਲ ਕਿਰਿਆ ਕਰਕੇ ਬਣਾਉਂਦੀਆਂ ਨੇ। ਇਸ ਤੋਂ ਬਿਨਾਂ ਸਾਨੂੰ ਰੌਕ ਸਾਲਟ, ਸਾਨੂੰ ਜਿਪਸਮ, ਸਾਨੂੰ ਸ਼ੋਰਾ, ਇਹ ਸਾਰੀਆਂ ਦੀਆਂ ਸਾਰੀਆਂ ਚਟਾਨਾਂ ਦੇਖਣ ਨੂੰ ਮਿਲਦੀਆਂ ਨੇ। ਇਹਨਾਂ ਚਟਾਨਾਂ ਦੇ ਗੁਣਾਂ ਬਾਰੇ ਆਪਾਂ ਪਹਿਲੀ ਗੱਲ ਕਰ ਚੁੱਕੇ ਹਾਂ ਵੀ ਇਹ ਚਟਾਨਾਂ ਤਹਿਦਾਰ ਹੁੰਦੀਆਂ ਨੇ, ਇਹਨਾਂ 'ਚ ਜੀਵ ਜੰਤੂਆਂ ਦੇ ਅਵਸ਼ੇਸ਼ ਮਿਲਦੇ ਆ। ਇਹਨਾਂ ਚਟਾਨਾਂ ਦੇ ਵਿੱਚ ਅਗਨੀ ਚਟਾਨਾਂ ਵਾਂਗੂ ਰਵੇ ਨਹੀਂ ਹੁੰਦੇ, ਇਹ ਮਸਾਮਦਾਰ ਚਟਾਨਾਂ ਹੁੰਦੀਆਂ ਨੇ ਤੇ ਧਰਤੀ ਦੇ ਉੱਪਰ ਵੱਡੇ ਪੱਧਰ 'ਤੇ ਚਟਾਨਾਂ ਜਿਹੜੀਆਂ ਨੇ ਉਹ ਪਾਈਆਂ ਜਾਂਦੀਆਂ ਨੇ। ਇਹਨਾਂ ਚਟਾਨਾਂ ਤੋਂ ਸਾਨੂੰ ਕੋਲਾ, ਤੇਲ, ਕੁਦਰਤੀ ਗੈਸ ਭਾਵ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਜਿਹੜੇ ਰਿਸੋਰਸਿਸ ਨੇ ਉਹ ਸਾਨੂੰ ਪ੍ਰਾਪਤ ਹੁੰਦੇ ਆ। ਤਾਂ ਜਲਦੀ ਨਾਲ ਅਸੀਂ ਸਮਝਾਂਗੇ ਅਗਲੀ ਕਿਸਮ ਉਹ ਹੈਗੀ ਰੂਪਾਂਤਰਿਤ ਤੇ ਤਹਿਦਾਰ। ਇੱਥੇ ਪਿਆਰੇ ਵਿਦਿਆਰਥੀ ਤੁਸੀਂ ਯਾਦ ਰੱਖਣਾ ਵਾ ਵੀ ਅਗਨੀ ਚਟਾਨਾਂ ਤੇ ਤਹਿਦਾਰ ਚਟਾਨਾਂ ਦਾ ਜਦੋਂ ਰੂਪ ਚੇਂਜ ਹੁੰਦਾ ਤਾਂ ਅਸੀਂ ਕਹਿੰਦੇ ਹਾਂ ਕਿਹੜੀਆਂ ਚਟਾਨਾਂ? ਰੂਪਾਂਤਰਿਤ ਚਟਾਨਾਂ, ਮੈਟਾਮੋਰਫਿਕ ਚਟਾਨਾਂ। ਇਹ ਧਰਤੀ ਦੇ ਤਕਰੀਬਨ 12 ਤੋਂ ਲੈ ਕੇ 16 ਕਿਲੋਮੀਟਰ ਅੰਦਰ ਤੱਕ ਸਾਨੂੰ ਇਹ ਮਿਲਦੀਆਂ ਨੇ। ਧਰਤੀ ਦੀ ਗਰਮੀ ਦੇ ਨਾਲ ਇੱਥੇ ਆਪਾਂ ਸਮਝਾਂਗੇ ਵੀ ਜਿਹੜਾ ਦਬਾਅ ਆ ਤੇ ਤਾਪਮਾਨ ਦੇ ਨਾਲ ਜਿਹੜੀਆਂ ਚਟਾਨਾਂ ਨੇ ਉਹ ਆਪਣਾ ਰੂਪ ਆ ਜਿਹੜਾ ਉਹ ਚੇਂਜ ਕਰ ਜਾਂਦੀਆਂ ਨੇ। ਤਾਂ ਬਹੁਤ ਸਾਰੇ ਕੀਮਤੀ ਤਾਂ ਕਿਹੜੇ ਸੋਨਾ, ਚਾਂਦੀ ਤੇ ਕੀਮਤੀ ਪੱਥਰ ਨੇ ਜਿਹੜੇ ਹੀਰੇ ਆ ਸਾਨੂੰ ਇਹਨਾਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਆ। ਤੇ ਇਹ ਅੱਗੇ ਤਿੰਨ ਕਿਸਮਾਂ ਦੀਆਂ ਹੁੰਦੀਆਂ ਨੇ। ਪਹਿਲੀਆਂ ਕਿਹੜੀਆਂ ਨੇ? ਗਤੀ ਪਰਿਵਰਤਨ ਚਟਾਨਾਂ, ਤੇ ਦੂਸਰੀਆਂ ਤਾਪ ਪਰਿਵਰਤਨ ਚਟਾਨਾਂ, ਤੇ ਤੀਸਰੀਆਂ
ਖੇਤਰੀ ਪਰਿਵਰਤਨ ਚਟਾਨਾਂ। ਇੱਥੇ ਅਸੀਂ ਬਾਰ-ਬਾਰ ਇੱਕ ਨਾਮ ਲੈ ਰਹੇ ਹਾਂ, ਪਰਿਵਰਤਨ। ਪਰਿਵਰਤਨ ਦਾ ਮਤਲਬ ਚੇਂਜ ਹੋ ਜਾਣਾ, ਚੇਂਜ ਹੋ ਜਾਣਾ। ਪਹਿਲੀਆਂ ਦੋ ਕਿਸਮਾਂ ਦੀਆਂ ਚਟਾਨਾਂ ਆਪਾਂ ਕਿਹਾ, ਅਗਨੀ ਚਟਾਨਾਂ ਤੋਂ ਤਹਿਦਾਰ ਚਟਾਨਾਂ ਬਣੀਆਂ। ਤਹਿਦਾਰ ਚਟਾਨਾਂ ਤੇ ਅਗਨੀ ਚਟਾਨਾਂ ਜਦੋਂ ਧਰਤੀ ਦੀ ਗਰਮੀ ਅਤੇ ਦਬਾਅ ਕਰਕੇ ਆਪਣਾ ਰੂਪ ਚੇਂਜ ਕਰਦੀਆਂ ਨੇ ਤਾਂ ਅਸੀਂ ਨਵਾਂ ਇੱਕ ਨਾਮਕਰਨ ਕਰ ਦਿੰਦੇ ਹਾਂ। ਉਹ ਕਿਹੜੀਆਂ ਨੇ? ਉਹ ਹੈਗੀਆਂ ਨੇ ਮੈਟਾਮੋਰਫਿਕ ਚਟਾਨਾਂ। ਇਹਦੇ ਵਿੱਚ ਪਹਿਲੀਆਂ ਕਿਹੜੀਆਂ ਨੇ? ਗਤੀ। ਤਾਂ ਬਹੁਤ ਜ਼ਿਆਦਾ ਦਬਾਅ ਦੇ ਨਾਲ, ਬਹੁਤ ਜ਼ਿਆਦਾ ਭਾਰ ਦੇ ਨਾਲ ਧਰਤੀ ਦੇ ਅੰਦਰਲੀਆਂ ਚਟਾਨਾਂ ਆਪਣਾ ਰੂਪ ਚੇਂਜ ਕਰ ਜਾਂਦੀਆਂ ਨੇ। ਜਦੋਂ ਤੁਸੀਂ ਪੈਨਸਲ ਦਾ ਜਿਹੜਾ ਸਿੱਕਾ ਦੇਖਿਆ, ਉਹਨੂੰ ਅਸੀਂ ਗ੍ਰੇਫਾਈਟ ਕਹਿੰਦੇ ਹਾਂ। ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਤੇ ਬਹੁਤ ਜ਼ਿਆਦਾ ਦਬਾਅ ਦੇ ਨਾਲ ਤੇ ਜਿਹੜਾ ਉਹ ਆਪਣਾ ਰੂਪ ਚੇਂਜ ਕਰਦਾ। ਇੱਥੇ ਜਿਹੜਾ ਗ੍ਰੇਨਾਈਟ ਆ ਉਹ ਚੇਂਜ ਹੋ ਜਾਂਦਾ। ਨਾਈਸ ਦੇ ਵਿੱਚ ਅਸੀਂ ਜਿਹੜਾ ਘਰਾਂ ਦੇ ਵਿੱਚ ਪੱਥਰ ਯੂਜ਼ ਕਰਦੇ ਹਾਂ, ਤੁਸੀਂ ਬਹੁਤ ਸਾਰੀਆਂ ਥਾਵਾਂ 'ਤੇ ਪੱਥਰ ਲੱਗਿਆ ਹੋਇਆ ਵੇਖਿਆ ਹੋਣਾ, ਤਾਂ ਉਹ ਜਿਹੜਾ ਪੱਥਰ ਆ ਉਹ ਇਸ ਤਰੀਕੇ ਦੇ ਨਾਲ ਬਣਦਾ ਵਾ। ਅਗਲਾ ਹੈ ਤਾਪ ਪਰਿਵਰਤਨ ਚਟਾਨਾਂ। ਧਰਤੀ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਆ, 50 ਤੋਂ ਲੈ ਕੇ 800 ਡਿਗਰੀ ਸੈਲਸੀਅਸ ਤੱਕ ਤਾਪਮਾਨ ਆ ਜਿਹੜਾ ਸਾਨੂੰ ਉਹ ਦੇਖਣ ਨੂੰ ਮਿਲਦਾ ਵਾ। ਤਾਂ ਇੰਨੇ ਤਾਪਮਾਨ ਦੇ ਨਾਲ ਧਰਤੀ ਦੇ ਅੰਦਰ ਬਹੁਤ ਸਾਰੀਆਂ ਚਟਾਨਾਂ ਨੇ ਜਿਹੜੀਆਂ ਆਪਣਾ ਰੂਪ ਚੇਂਜ ਕਰ ਲੈਂਦੀਆਂ ਨੇ। ਪਿਆਰੇ ਵਿਦਿਆਰਥੀਓ, ਜਿੱਦਾਂ ਅਸੀਂ ਮੱਕੀ ਦੇ ਦਾਣੇ ਭੁੰਨਦੇ ਹਾਂ ਤਾਂ ਤੁਹਾਨੂੰ ਪਤਾ ਵੀ ਮੱਕੀ ਦੇ ਦਾਣੇ ਜਦੋਂ ਅਸੀਂ ਗਰਮ ਰੇਤੇ 'ਚ ਸਿੱਟਦੇ ਹਾਂ ਤਾਂ ਰੇਤੇ ਦੀ ਗਰਮੀ ਦੇ ਨਾਲ ਉਹਦਾ ਜਿਹੜਾ ਰੂਪ ਆ ਉਹ ਕੀ ਕਰ ਜਾਂਦਾ ਵਾ? ਚੇਂਜ ਹੋ ਜਾਂਦਾ। ਤਾਂ ਫਿਰ ਇੱਦਾਂ ਅਸੀਂ ਸਮਝ ਸਕਦੇ ਹਾਂ ਵੀ ਧਰਤੀ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਚਟਾਨਾਂ ਨੇ ਉਹਨਾਂ ਦਾ ਰੂਪ ਕੀ ਕਰਦਾ ਵਾ? ਚੇਂਜ ਹੁੰਦਾ ਵਾ। ਇੱਥੇ ਆਪਾਂ ਸਮਝਾਂਗੇ ਵੀ ਧਰਤੀ ਅੰਦਰਲੀ ਗਰਮੀ ਦੇ ਨਾਲ ਜਿਹੜਾ ਸੰਗਮਰਮਰ ਆ, ਚੂਨਾ ਪੱਥਰ ਤੋਂ ਸੰਗਮਰਮਰ ਬਣ ਜਾਂਦਾ। ਇੱਦਾਂ ਹੀ ਚੀਕਣੀ ਮਿੱਟੀ ਤੋਂ ਸਲੇਟ ਬਣ ਜਾਂਦੀ ਹੈ, ਜੇ ਤੁਸੀਂ ਦੇਖੀ ਹੋਊਗੀ। ਇੱਦਾਂ ਹੀ ਕੋਲੇ ਤੋਂ ਗ੍ਰੇਫਾਈਟ ਬਣਦਾ ਤੇ ਗ੍ਰੇਫਾਈਟ ਤੋਂ ਅੱਗੇ ਹੀਰੇ ਆ ਜਿਹੜੇ ਉਹ ਬਣ ਜਾਂਦੇ ਨੇ। ਭਾਵ ਸਾਨੂੰ ਇਹ ਜਿਹੜੇ ਕੀਮਤੀ ਪਦਾਰਥ ਨੇ ਉਹ ਇਹ ਤੀਸਰੀ ਕਿਸਮ ਦੀ ਚਟਾਨ ਦੇ ਵਿੱਚੋਂ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਇਹ ਵਾਲੀਆਂ ਚਟਾਨਾਂ ਸਾਨੂੰ ਚੰਬਾ, ਹਰਿਆਣਾ, ਰਿਵਾੜੀ, ਹਿਮਾਚਲ ਪ੍ਰਦੇਸ਼ ਇਹਨਾਂ ਇਲਾਕਿਆਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਤੇ ਤੀਸਰੀ ਜਿਹੜੀ ਕਿਸਮ ਉਹ ਹੈਗੀ ਆ ਪ੍ਰਾਦੇਸ਼ਿਕ ਜਾਂ ਰੀਜਨਲ ਮੈਟਾਮੋਰਫਿਜ਼ਮ। ਜਦੋਂ ਪੂਰੇ ਦੇ ਪੂਰੇ ਇਲਾਕੇ ਦੀਆਂ ਚਟਾਨਾਂ ਚੇਂਜ ਹੋ ਗਈਆਂ। ਇੱਥੇ ਪਹਿਲਾਂ ਤਾਂ ਅਸੀਂ ਕਿਹਾ ਵੀ ਕੱਲੀ ਕੱਲੀ ਚਟਾਨ ਚੇਂਜ ਹੁੰਦੀ ਆ, ਇੱਥੇ ਕੀ, ਇੱਥੇ ਸਾਰੀ ਦੀ ਸਾਰਾ ਇਲਾਕਾ ਹੀ ਹੈ ਜਿਹੜਾ ਉਹਦੀ ਜਿਹੜੀ ਆਪਾਂ ਕਹਿੰਦੇ ਚਟਾਨਾਂ ਦੇ ਜਿਹੜੇ ਗੁਣ ਨੇ ਉਹ ਕੀ ਕਰ ਗਏ? ਚੇਂਜ ਹੋ ਗਏ। ਇੱਥੇ ਚਟਾਨਾਂ ਦੇ ਗੁਣ ਵੀ ਚੇਂਜ ਹੁੰਦੇ ਨੇ, ਉਹਨਾਂ ਦਾ ਰੰਗ ਵੀ ਚੇਂਜ ਹੁੰਦਾ, ਉਹਨਾਂ ਦਾ ਜਿਹੜਾ ਵਰਤੋਂ ਆ ਉਹ ਵੀ ਚੇਂਜ ਹੋ ਜਾਂਦੀ ਹੈ। ਇੱਥੇ ਧਰਤੀ ਅੰਦਰਲੀ ਗਰਮੀ, ਘੁੱਟਣ, ਦਬਾਅ ਦੇ ਨਾਲ ਵੱਡੇ ਪੱਧਰ 'ਤੇ ਚਟਾਨਾਂ ਪਰਿਵਰਤਿਤ ਹੋ ਜਾਂਦੀਆਂ ਨੇ। ਇਹਨਾਂ ਚਟਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਕੁਆਰਟਰਾਈਜ਼ਡ ਜਿਹੜੀ ਇਹਦੀ ਮੁੱਖ ਉਦਾਹਰਣ ਆ, ਜਿਹੜੀ ਸਾਨੂੰ ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਦੇ ਇਲਾਕਿਆਂ ਦੇ ਵਿੱਚ ਜਿਹੜੀ ਵੇਖਣ ਨੂੰ ਮਿਲਦੀ ਆ। ਤਾਂ ਅਸੀਂ ਤਿੰਨ ਜਿਹੜੀਆਂ ਚਟਾਨਾਂ, ਤਿੰਨ ਕਿਸਮਾਂ ਉਹਨਾਂ ਨੂੰ ਵਿਸਥਾਰ ਦੇ ਨਾਲ ਸਮਝ ਲਿਆ। ਤੇ ਇਹ ਵਾਲੇ ਜਿਹੜੇ ਆਪਾਂ ਸਮਝਾਂਗੇ ਵੀ ਕੌਣ ਕਿਹਦੇ 'ਚ ਚੇਂਜ ਹੁੰਦਾ। ਰੇਤ ਪੱਥਰ, ਕੁਆਰਟਰਾਈਜ਼, ਚੂਨਾ ਪੱਥਰ, ਸੰਗਮਰਮਰ 'ਚ, ਕਲੇ, ਸਲੇਟ 'ਚ, ਗ੍ਰੇਨਾਈਟ, ਨੀਸ 'ਚ, ਬਸਾਲਟ, ਸ਼ਿਸ਼ਟ 'ਚ, ਕੋਲਾ, ਗ੍ਰੇਫਾਈਟ 'ਚ ਤੇ ਗ੍ਰੇਫਾਈਟ ਹੀਰੇ 'ਚ ਜਿਹੜਾ ਪਿਆਰੇ ਵਿਦਿਆਰਥੀਓ ਚੇਂਜ ਹੋ ਜਾਂਦਾ। ਪਰਿਵਰਤਿਤ ਚਟਾਨਾਂ ਦੇ ਗੁਣ ਆਪਾਂ ਨਾਲ ਨਾਲ ਗੱਲ ਕਰ ਚੁੱਕੇ ਹਾਂ ਵੀ ਤਾਪ ਤੇ ਦਬਾਅ ਕਰਕੇ ਇਹਨਾਂ ਦਾ ਰੂਪ ਚੇਂਜ ਹੋ ਜਾਂਦਾ। ਤੇ ਇਹ ਵਾਲੇ ਜਿਹੜੇ ਪਹਿਲਾਂ ਅਸੀਂ ਸਮਝ ਕੇ ਹਟੇ ਹਾਂ ਵੀ ਕੌਣ ਕਿਹਦੇ 'ਚ ਬਦਲ ਜਾਂਦਾ, ਉਹ ਅਸੀਂ ਬਹੁਤ ਵਿਸਤਾਰ ਨਾਲ ਸਮਝ ਚੁੱਕੇ ਹਾਂ। ਇਸ ਤੋਂ ਬਿਨਾਂ ਕੀਮਤੀ ਹੀਰੇ, ਜਵਾਹਰਾਤ, ਪੱਥਰ ਨੇ ਜਿਹੜੇ ਸਾਨੂੰ ਉਹ ਦੇਖਣ ਨੂੰ ਮਿਲਦੇ ਆ। ਜੇਕਰ ਪੱਥਰ ਨਾ ਹੁੰਦੇ ਤਾਂ ਆਗਰੇ ਦਾ ਤਾਜ ਮਹਿਲ ਵੀ ਨਾ ਹੁੰਦਾ। ਘਰਾਂ ਦੇ ਵਿੱਚ ਸਾਡੇ ਜਿਹੜਾ ਨਾਰਮਲ ਫਰਸ਼ ਲੱਗਿਆ ਹੋਣਾ ਸੀ, ਇਹ ਪੱਥਰ ਵੀ ਸਾਨੂੰ ਇਸ ਤੀਸਰੀ ਕਿਸਮ ਦੀ ਚਟਾਨ ਤੋਂ ਜਿਹੜਾ ਵਾ ਉਹ ਪ੍ਰਾਪਤ ਹੁੰਦੇ ਆ। ਨਾਲ ਦੀ ਨਾਲ ਅਸੀਂ ਜਲਦੀ ਨਾਲ ਸਮਝਾਂਗੇ ਚਟਾਨ ਦਾ ਚੱਕਰ। ਤਿੰਨ ਚਟਾਨਾਂ ਦੀ ਆਪਾਂ ਪਿਆਰੇ ਵਿਦਿਆਰਥੀਓ ਗੱਲ ਕੀਤੀ ਸੀ, ਅਗਨੀ ਚਟਾਨਾਂ, ਤਹਿਦਾਰ ਚਟਾਨਾਂ ਤੇ ਰੂਪਾਂਤਰਿਤ ਚਟਾਨਾਂ। ਅਗਨੀ ਚਟਾਨਾਂ ਦਾ ਜਿਹੜਾ ਜਨਮ ਉਹ ਮੈਗਮੇ ਤੋਂ ਹੁੰਦਾ। ਅਗਨੀ ਚਟਾਨਾਂ ਬਣ ਗਈਆਂ, ਉਹਨਾਂ ਦੀ ਟੁੱਟ ਭੱਜ ਤੋਂ ਅੱਗੇ ਤਹਿਦਾਰ ਚਟਾਨਾਂ ਬਣ ਗਈਆਂ। ਤਹਿਦਾਰ ਚਟਾਨਾਂ ਅੱਗੇ ਚੇਂਜ ਹੋ ਕੇ ਧਰਤੀ ਦੀ ਗਰਮੀ ਨਾਲ ਤੇ ਧਰਤੀ ਦੀ ਰਗੜ ਨਾਲ, ਧਰਤੀ ਦੇ ਦਬਾਅ ਦੇ ਨਾਲ ਚੇਂਜ ਹੋ ਕੇ ਮੈਟਾਮੋਰਫਿਕ ਚਟਾਨਾਂ ਨੇ ਜਿਹੜੀਆਂ ਉਹ ਬਣ ਜਾਂਦੀਆਂ ਨੇ। ਇਹ ਚੱਕਰ ਲਗਾਤਾਰ ਹੀ ਚੱਲਦਾ ਵਾ। ਹੁਣ ਬਹੁਤ ਵਾਰ ਸਾਡੇ ਦਿਮਾਗ ਦੇ ਵਿੱਚ ਸਵਾਲ ਆਉਂਦਾ ਵੀ ਜੇ ਧਰਤੀ ਦੇ ਅੰਦਰੋਂ ਲਾਵਾ ਆਈ ਜਾ ਰਿਹਾ ਫਿਰ ਤਾਂ ਧਰਤੀ ਸਾਡੀ ਖਾਲੀ ਹੋ ਜੂਗੀ ਨਾ ਅੰਦਰਲੇ ਪਾਸਿਓਂ। ਪਰ ਇੱਦਾਂ ਨਹੀਂ ਹੈ। ਜਿੱਦਾਂ ਤੁਸੀਂ ਪਹਿਲਾਂ ਪਾਣੀ ਦਾ ਚੱਕਰ ਸਮਝਿਆ ਹੋਇਆ, ਉੱਦਾਂ ਹੀ ਇਹ ਚਟਾਨਾਂ ਦਾ ਚੱਕਰ ਆ ਵੀ ਲਗਾਤਾਰ ਧਰਤੀ 'ਚੋਂ ਲਾਵਾ ਵਾ ਜਿਹੜਾ ਉਹ ਬਾਹਰ ਆ ਕੇ ਅਗਨੀ ਚਟਾਨਾਂ ਦਾ ਰੂਪ ਲੈਂਦਾ। ਅਗਨੀ ਚਟਾਨਾਂ ਟੁੱਟ ਕੇ ਤਹਿਦਾਰ ਚਟਾਨਾਂ ਦਾ ਰੂਪ ਲੈਂਦੀਆਂ ਨੇ ਤੇ ਤਹਿਦਾਰ ਚਟਾਨਾਂ ਅੱਗੇ ਚੇਂਜ ਹੋ ਕੇ ਕਿਹਦੇ 'ਚ? ਰੂਪਾਂਤਰਿਤ ਚਟਾਨਾਂ ਦਾ ਜਿਹੜਾ ਰੂਪ ਲੈਂਦੀਆਂ ਨੇ। ਤੇ ਉਹੀ ਰੂਪਾਂਤਰਿਤ ਚਟਾਨਾਂ ਫਿਰ ਤੁਸੀਂ ਇਸ ਡਾਇਗਰਾਮ ਦੇ ਵਿੱਚ ਬਹੁਤ ਡਿਟੇਲ 'ਚ ਸਮਝ ਰਹੇ ਹੋ, ਉਹੀ ਰੂਪਾਂਤਰਿਤ ਚਟਾਨਾਂ ਦੁਬਾਰਾ ਮੈਗਮੇ ਦਾ ਰੂਪ ਲੈ ਲੈਂਦੀਆਂ ਨੇ। ਤਾਂ ਇੱਥੇ ਸਾਨੂੰ ਬਹੁਤ ਡਿਟੇਲ 'ਚ ਇਹ ਗੱਲ ਸਮਝ ਲੱਗਦੀ ਆ ਵੀ ਚਟਾਨਾਂ ਦਾ ਚੱਕਰ ਅਸਲ 'ਚ ਹੈ ਕੀ? ਇਹੀ ਮੈਗਮਾ, ਇਹੀ
ਜਿਹੜਾ ਲਾਵਾ ਵਾ ਉਹ ਬਾਹਰ ਆ ਕੇ ਅਗਨੀ ਚਟਾਨਾਂ ਦਾ ਰੂਪ ਲੈਂਦਾ, ਅਗਨੀ ਚਟਾਨਾਂ ਟੁੱਟ ਕੇ ਤਹਿਦਾਰ ਚਟਾਨਾਂ ਦਾ ਰੂਪ ਲੈਂਦੀਆਂ ਨੇ, ਤੇ ਤਹਿਦਾਰ ਚਟਾਨਾਂ ਅੱਗੇ ਅਗਨੀ ਚਟਾਨਾਂ ਤੇ ਤਹਿਦਾਰ ਚਟਾਨਾਂ ਦੋਨੇ ਹੀ ਅੱਗੇ ਰੂਪਾਂਤਰਿਤ ਚਟਾਨਾਂ ਦਾ ਜਿਹੜਾ ਰੂਪ ਲੈਂਦੀਆਂ ਨੇ, ਤੇ ਰੂਪਾਂਤਰਿਤ ਚਟਾਨਾਂ ਫਿਰ ਆਪਣਾ ਜਿਹੜਾ ਜੀਵਨ ਆ ਉਹ ਖਤਮ ਕਰਦੀਆਂ ਨੇ ਕਾਹਦੇ 'ਚ, ਮੈਗਮੇ 'ਚ। ਇਸ ਤਰੀਕੇ ਦੇ ਨਾਲ ਇਹ ਜਿਹੜਾ ਚੱਕਰ ਆ ਲਗਾਤਾਰ ਹੀ ਧਰਤੀ ਦੇ ਉੱਪਰ, ਧਰਤੀ ਦੇ ਜਨਮ ਤੋਂ ਲੈ ਕੇ ਚੱਲਦਾ ਹੀ ਆ ਰਿਹਾ। ਤਾਂ ਮੈਨੂੰ ਪੂਰੀ ਉਮੀਦ ਆ ਵੀ ਤੁਸੀਂ ਅੱਜ ਦਾ ਜਿਹੜਾ ਲੈਕਚਰ ਆ ਉਹ ਬਹੁਤ ਧਿਆਨ ਨਾਲ ਤੇ ਬੜੇ ਪਿਆਰ ਨਾਲ ਸਮਝਿਆ ਹੋਊਗਾ, ਤੇ ਤੁਹਾਡਾ ਕੋਈ ਵੀ ਸਵਾਲ ਹੋਊਗਾ ਤਾਂ ਤੁਸੀਂ ਆਪਣੇ ਅਧਿਆਪਕ ਸਾਹਿਬਾਨ ਤੇ ਮੇਰੇ ਤੋਂ ਤੁਸੀਂ ਪੁੱਛ ਸਕਦੇ ਹੋ। ਧੰਨਵਾਦ।